ਵਿਸਥਾਰ ਤੋਂ ਬਾਅਦ ਜਿਹੜੀ ਕੱਲ ਪਹਿਲੀ ਮੀਟਿੰਗ ਹੋਈ ਆ ਜੀ ਕਾਫੀ ਲੇਖਾ ਜੋਖਾ ਉਸ ਮੀਟਿੰਗ ਦੇ ਵਿੱਚ ਹੋਇਆ ਆ। ਕੱਲ ਉਹਨਾਂ ਦੀ ਪਹਿਲੀ ਮੀਟਿੰਗ ਹੋਈ, ਸਾਰਿਆਂ ਨੂੰ ਅਹੁਦੇ ਜਿਹੜੇ ਸੰਭਾਲ ਦਿੱਤੇ ਗਏ ਤੇ ਮੀਟਿੰਗ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਗਏ ਨੇ ਤੁਸੀਂ ਉਹਨਾਂ ਦੇ ਕੰਮਕਾਜ ਤੋਂ ਵੀ ਸਿੱਖਿਆ ਲਿਓ, ਬੋਲ ਬਾਣੀ ਤੇ ਵੀ ਆਪਣੀ ਤੇ ਕੰਟਰੋਲ ਰੱਖਿਓ, ਕੋਈ ਵੀ ਇਹੋ ਜੀ ਗੱਲ ਜਿਹੜੀ ਆ ਕਰਨ ਤੋਂ ਪਹਿਲਾਂ ਸੋਚ ਲਓ ਕਿ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ। ਇਹੋ ਜਿਹੀਆਂ ਕੁਝ ਹਲਕੀਆਂ ਫੁਲਕੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਉਹਨਾਂ ਨੂੰ, ਜਿਵੇਂ ਕਿ ਉਹ ਮੰਤਰੀ ਨਾ ਹੋਣ ਤੇ ਪਹਿਲੀ ਕਲਾਸ ਦੇ ਬੱਚੇ ਹੋਣ। ਕਰਨ ਵਾਲੇ ਤੇ 2 ਨੇ ਤੇ ਜ਼ਿੰਮੇਵਾਰੀ ਪਾਉਣ ਵਾਲੇ ਹੁਣ 77 ਹੋ ਗਏ ਨੇ। ਪਹਿਲਾਂ ਉਹ ਕੁਝ ਘੱਟ ਸੀ, 50 56 57 58 ਸੀ। ਨਾਮ ਲੱਗਦਾ ਉਹਨਾਂ 58 ਬੰਦਿਆਂ ਦਾ, ਉਹ ਮਿਨਿਸਟਰੀਆਂ ਉਹਨਾਂ ਦੇ ਕੋਲ ਨੇ, ਪਰ ਜਿਹੜੀ ਅਸਲ ਦੇ ਵਿੱਚ ਕੰਮ ਹੁੰਦਾ ਆ ਸਾਰਾ ਹੀ ਉਹ ਹੈਗਾ PMO ਆਫਿਸ ਦੇ ਵਿੱਚ, ਤੇ ਜਾਂ ਫਿਰ ਦੂਸਰੇ ਨੇ ਅਮਿਤ ਸ਼ਾਹ ਜੀ। ਪੂਰੇ ਭਾਰਤ ਦੀ ਜਿਹੜੀ ਰਾਜਨੀਤੀ ਆ, ਜਿਹੜੀ ਪੂਰੇ ਭਾਰਤ ਦੀ ਕੈਬਨਿਟ ਹੈ, ਉਹਨੂੰ 1.5 ਮੰਤਰੀ ਚਲਾ ਰਹੇ ਨੇ। PMO ਪੂਰਾ ਮੰਤਰੀ ਆ ਤੇ ਗ੍ਰਹਿ ਮੰਤਰੀ ਜਿਹੜਾ ਉਹ ਅੱਧਾ ਮੰਤਰੀ। ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੀ ਕੈਬਨਿਟ ਵਿੱਚ ਵੀ ਰੱਦੋ ਬਦਲ ਹੋ ਸਕਦਾ ਹੈ। ਦੇਖੋ ਉਹਨਾਂ ਦਾ ਜਿਹੜਾ ਕੇਂਦਰ ਦਾ ਕੈਬਨਿਟ ਦਾ ਬਦਲਣ ਦਾ ਮਸਲਾ ਆ, ਉਹ ਕੁਝ ਸਮਝ ਆਉਂਦਾ ਕਿ 2 ਸਾਲ ਸਰਕਾਰ ਨੇ ਚਲਾ ਲਿਆ ਸੀ ਤੇ ਉਹਨਾਂ ਕੋਲ ਕੈਬਨਿਟ ਨੂੰ ਵਿਸਤਾਰ ਕਰਨ ਲਈ ਲੇਟ ਹੋਣ ਦਾ ਜਿਹੜਾ ਬਹਾਨਾ ਆ ਉਹ ਕੋਵਿਡ ਸੀ। ਉਹ ਗੱਲ ਸਮਝ ਆਉਂਦੀ ਹੈ, ਕੁਝ ਕਰਨ ਲਈ 3 ਸਾਲ ਹੈਗੇ ਉਹਨਾਂ ਕੋਲ ਮੋਰੇ 3 ਸਾਲ ਹੈਗੇ। ਜਿਹੜੀ ਪੰਜਾਬ ਦੇ ਵਿੱਚ ਕੈਬਨਿਟ ਦੀ ਤੁਸੀਂ ਗੱਲ ਕਰ ਰਹੇ ਆ ਰੱਦੋ ਬਦਲ ਦੀ, ਉਹ ਤੇ ਫਿਰ ਹੁਣ ਸਿਰਫ ਜਿਹੜੀ ਪੰਜਾਬ ਦੀ ਕਲਾ ਆ ਉਹਨੂੰ ਮਿਟਾਉਣ ਲਈ ਗੱਲਬਾਤ ਹੋ ਰਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖਬਰਾਂ ਖੰਗਾਲਦੇ ਹਾਂ, ਚਾਹੇ ਖਬਰਾਂ ਦੇਸ਼ ਦੀਆਂ ਹੋਣ, ਵਿਦੇਸ਼ ਦੀਆਂ ਹੋਣ ਜਾਂ ਸੂਬੇ ਦੀਆਂ ਹੋਣ। ਸਪੈਸ਼ਲੀ ਸੂਬੇ ਪੰਜਾਬ ਦੀ ਗੱਲ ਅਸੀਂ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਅੱਜ ਸਾਡਾ ਸਾਥ ਦੇਣਗੇ ਅੰਮ੍ਰਿਤਪਾਲ ਸ਼ਰਮਾ ਜੀ ਤੇ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਹੋਈ ਪਲੇਠੀ ਬੈਠਕ ਦੀ, ਸੁਖਬੀਰ ਵੱਲੋਂ ਖੇਡੇ ਗਏ ਦਾਅ ਦੀ ਤੇ ਪੰਜਾਬ ਦੇ ਸੰਕਟ ਦੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸੁਬਲੀਨ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ। ਤੁਸੀਂ ਪੰਜਾਬ ਦੇ ਕਿਹੜੇ ਨਵੇਂ ਰੰਗ ਦੇਖੀ ਜਾਂਦੇ ਆ? ਪੰਜਾਬ 'ਚ ਤੇ ਗਰਮੀ ਬੜੀ ਹੋ ਰਹੀ ਹੈ। ਪੰਜਾਬ 'ਚ ਹੋਰ ਵੀ ਸਿਆਸਤ ਵੀ ਬੜੀ ਤੱਤੀ ਹੈ ਗਰਮੀ ਦੇ ਨਾਲ। ਅੱਛਾ ਜੀ, ਠੀਕ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਮੋਦੀ ਮੰਤਰੀ ਮੰਡਲ ਦੀ ਵਿਸਥਾਰ ਤੋਂ ਬਾਅਦ ਜਿਹੜੀ ਕੱਲ ਪਹਿਲੀ ਮੀਟਿੰਗ ਹੋਈ ਆ ਜੀ, ਕਾਫੀ ਲੇਖਾ ਜੋਖਾ ਉਸ ਮੀਟਿੰਗ ਦੇ ਵਿੱਚ ਹੋਇਆ ਆ, ਤੇ ਉਹਦੇ ਬਾਰੇ ਸਾਨੂੰ ਵਿਸਥਾਰ 'ਚ ਦੱਸੋ। ਦੇਖੋ ਜੀ, ਨਵੇਂ ਬੰਦੇ ਮੰਤਰੀ ਬਣ ਗਏ ਨੇ, ਵੱਡੀਆਂ ਕਾਰਾਂ ਮਿਲ ਗਈਆਂ ਨੇ, ਵੱਡੀਆਂ ਕੋਠੀਆਂ ਮਿਲਣਗੀਆਂ, ਬੰਗਲੇ ਮਿਲਣਗੇ, ਤੇ ਜਿਹੜੇ ਨਿਕਲ ਗਏ ਨੇ ਉਹ ਹੁਣ ਥੋੜੇ ਦਿਨ ਰੈਸਟ ਕਰਨਗੇ। ਵੱਡੇ ਚਿਹਰੇ ਸੀ ਜਿਹੜੇ ਗਏ ਨੇ, ਕੱਲ ਵੀ ਉਹਨਾਂ ਦੀ ਗੱਲ ਹੋਈ, ਪਰਸੋਂ ਵੀ ਗੱਲ ਹੋ ਰਹੀ ਸੀ ਜਦੋਂ ਅਸਤੀਫੇ ਦਿੱਤੇ ਜਾ ਰਹੇ ਸੀਗੇ, ਤੇ ਬੜੀ ਹੈਰਾਨੀ ਹੋ ਰਹੀ ਸੀਗੀ। 4 ਚਿਹਰਿਆਂ ਦੇ ਉੱਤੇ ਹੀ ਹੈਰਾਨੀ ਹੋਈ। ਡਾਕਟਰ ਹਰਸ਼ਵਰਧਨ ਦੇ ਜਾਣ ਤੇ ਵੀ, ਪ੍ਰਕਾਸ਼ ਜਾਵੜੇਕਰ ਤੇ ਵੀ, ਤੇ ਰਵੀ ਸ਼ੰਕਰ ਪ੍ਰਸਾਦ ਦੇ ਵੀ, ਸਦਾਨੰਦ ਗੌੜਾ, ਰਮੇਸ਼ ਪੋਖਰਿਆਲ ਨਿਸ਼ੰਕ ਤੇ ਅਸ਼ੋਕ ਗੰਗਵਾਰ, ਜਿਹੜੇ ਵੱਡੇ ਚਿਹਰੇ ਕੈਬਨਿਟ ਚੋਂ ਗਏ ਆ, ਉਹਨਾਂ 'ਤੇ ਗੱਲ ਹੋਈ। ਤੇ ਕੱਲ ਉਹਨਾਂ ਦੀ ਪਹਿਲੀ ਮੀਟਿੰਗ ਹੋਈ, ਸਾਰਿਆਂ ਨੂੰ ਅਹੁਦੇ ਜਿਹੜੇ ਸੰਭਾਲ ਦਿੱਤੇ ਗਏ ਤੇ ਮੀਟਿੰਗ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਗਏ ਨੇ ਤੁਸੀਂ ਉਹਨਾਂ ਦੇ ਕੰਮਕਾਜ ਤੋਂ ਵੀ ਸਿੱਖਿਆ ਲਿਓ, ਬੋਲ ਬਾਣੀ ਤੇ ਵੀ ਆਪਣੀ ਤੇ ਕੰਟਰੋਲ ਰੱਖਿਓ, ਕੋਈ ਵੀ ਇਹੋ ਜੀ ਗੱਲ ਜਿਹੜੀ ਆ ਕਰਨ ਤੋਂ ਪਹਿਲਾਂ ਸੋਚ ਲਓ ਕਿ ਕਿਹੜੀ ਗੱਲ ਕਰਨੀ ਹੈ ਤੇ ਕਿਹੜੀ ਨਹੀਂ ਕਰਨੀ। ਇਹੋ ਜਿਹੀਆਂ ਕੁਝ ਹਲਕੀਆਂ ਫੁਲਕੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਉਹਨਾਂ ਨੂੰ, ਜਿਵੇਂ ਕਿ ਉਹ ਮੰਤਰੀ ਨਾ ਹੋਣ ਤੇ ਪਹਿਲੀ ਕਲਾਸ ਦੇ ਬੱਚੇ ਹੋਣ। ਮੇਰੇ ਮਨ 'ਚ ਇੱਕ ਸਵਾਲ ਆ ਗਿਆ ਵੀ ਲਿਆਓ, ਬਿਆਨਬਾਜ਼ੀਆਂ ਤੋਂ ਬਚਿਓ, ਤੇ ਕੀ ਖੱਟਰ ਨੂੰ ਤੇ ਤੋਮਰ ਨੂੰ ਨਹੀਂ ਉਹ ਗੱਲ ਕਹੀ ਉਹਨਾਂ ਨੇ? ਖੱਟੜ ਸਾਹਿਬ ਮੰਤਰੀ ਨਹੀਂ ਹੈਗੇ ਤੇ ਤੋਮਰ ਸਾਹਿਬ ਪਹਿਲਾਂ ਤੋਂ ਹੀ ਨੇ, ਹੈਗੇ ਤਾਂ ਇਹਨਾਂ ਦੇ ਬੰਦੇ ਨੇ। ਬਿਲਕੁਲ। ਦੇਖ, ਮੈਂ ਪਹਿਲਾਂ ਵੀ ਕਿਹਾ ਕਿ ਹਲਕੀਆਂ ਫੁਲਕੀਆਂ ਸਿੱਖਿਆਵਾਂ ਇਹ ਐਵੇਂ ਦਿੱਤੀਆਂ ਗਈਆਂ ਜਿਵੇਂ ਉਹ ਮੰਤਰੀ ਮੰਡਲ ਦੇ ਨਾ ਹੋ ਕੇ ਪਹਿਲੀ ਕਲਾਸ ਵਿੱਚ ਆਏ ਬੱਚੇ ਹੋਣ, ਕਿ ਉਹਨਾਂ ਨੂੰ ਦੱਸਣਾ ਪਵੇਗਾ ਕਿ ਤੁਸੀਂ ਕੀ ਬੋਲਣਾ ਹੈ, ਕੀ ਨਹੀਂ ਬੋਲਣਾ। ਟਾਈਮ ਸਿਰ ਆਇਓ, ਉਹ ਨੀਤੀ ਘਾੜੇ ਨੇ ਜੀ, ਉਹ ਨੀਤੀ ਘਾੜੇ ਨੇ ਜਿਨ੍ਹਾਂ ਨੇ ਦੇਸ਼ ਦੀਆਂ ਵੱਡੀਆਂ ਮੁਸੀਬਤਾਂ ਤੇ ਉੱਥੇ ਬੈਠ ਕੇ ਜਿਰਾ ਕਰਨੀਆਂ, ਬਹਿਸ ਕਰਨੀਆਂ, ਮੁੱਦਿਆਂ ਨੂੰ ਖੰਗਾਲਣਾ ਆ, ਉਹਦੇ ਵਿੱਚੋਂ ਸਹੀ ਕਾਨੂੰਨ ਜਿਹੜੇ ਆ, ਸਹੀ ਨੁਕਤੇ ਜਿਹੜੇ ਆ ਚੁਣਨੇ ਆ, ਤੇ ਉਹਨਾਂ ਨੂੰ ਟਾਈਮ ਸਿਰ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇ ਚੰਗੀ ਗੱਲ ਹੈ, ਵੈਸੇ ਤੇ ਸਾਰਿਆਂ ਨੂੰ ਟਾਈਮ ਸਿਰ ਆਉਣਾ ਚਾਹੀਦਾ, ਪਰ ਜੇ ਇਹਨਾਂ ਨੂੰ ਇਹੀ ਸਲਾਹਾਂ ਦੇਣੀਆਂ ਨੇ ਤੇ ਫਿਰ ਤੁਸੀਂ ਵਿਸ਼ਵ ਗੁਰੂ ਬਣਨ ਦੇ ਸੁਪਨੇ ਨਾ ਦੇਖੋ। ਫਿਰ ਤੁਸੀਂ ਹਾਲੇ ਡਿਸਿਪਲਿਨ ਦੀਆਂ ਗੱਲਾਂ ਕਰੋ ਤੇ ਹਾਲੇ ਟਾਈਮ ਸਿਰ ਆਉਣ ਦੀਆਂ ਗੱਲਾਂ ਕਰੋ, ਬੇਬਾਕੀ ਦੀਆਂ ਗੱਲਾਂ ਨਾ ਕਰੋ। ਤੇ ਗੱਲ ਹੋ ਰਹੀ ਸੀਗੀ ਕੁਝ ਚਿਹਰਿਆਂ ਦੇ ਛੱਡ ਕੇ ਜਾਣ ਦੀ ਤੇ ਕੁਝ ਨਵੇਂ ਆਉਣ ਦੀ। ਪਰ ਜੇ ਅਸੀਂ ਕਹੀਏ ਕਿ ਜਿਹੜੇ ਛੱਡ ਕੇ ਗਏ ਨੇ ਉਹਨਾਂ ਨੂੰ ਇਸ ਆਧਾਰ ਤੇ ਛੱਡਿਆ ਗਿਆ ਹੈ, ਉਹਨਾਂ ਤੋਂ ਅਸਤੀਫੇ ਇਸ ਆਧਾਰ ਤੇ ਲਏ ਗਏ ਕਿ ਉਹਨਾਂ ਦੀ ਜਿਹੜੀ ਆ ਰਿਪੋਰਟ, ਜਿਹੜੀ ਪਰਫਾਰਮੈਂਸ ਰਿਪੋਰਟ ਚੰਗੀ ਨਹੀਂ ਸੀ,
ਤਾਂ ਮੈਨੂੰ ਲੱਗਦਾ ਇਸ ਆਧਾਰ ਦੇ ਉੱਤੇ ਫਿਰ 3 ਬੰਦੇ ਜਿਹੜੇ ਸੀਗੇ ਹੋਰ ਜਾਣੇ ਚਾਹੀਦੇ ਸੀ। ਸਭ ਤੋਂ ਪਹਿਲਾਂ ਤਾਂ ਫਾਈਨਾਂਸ ਮਿਨਿਸਟਰ ਦੀ ਜਿਹੜੀ ਕੁਰਸੀ ਉਹ ਜਾਣੀ ਚਾਹੀਦੀ ਸੀ, ਜੋ ਇਸ ਸਮੇਂ ਦੇ ਦੌਰਾਨ ਪਿਛਲੇ ਇਸ ਸਰਕਾਰ ਦੀ ਗੱਲ ਕਰ ਲਈਏ ਜਾਂ ਪਿਛਲੇ ਸਮੇਂ ਦੀ ਗੱਲ ਕਰ ਲਈਏ, ਜੋ ਅਰਥ ਵਿਵਸਥਾ ਦਾ ਹਾਲ, ਜੋ ਭਾਰਤ ਦੀ ਇਕਨੋਮੀ ਦਾ ਹਾਲ ਹੋਇਆ ਹੈ, ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਸੀ। ਉਸ ਤੋਂ ਬਾਅਦ ਰੱਖਿਆ ਮੰਤਰੀ ਦੀ ਕੁਰਸੀ ਤੇ ਵੀ ਸਵਾਲ ਉੱਠਦੇ ਆ ਕਿ ਜੋ ਪਾਕਿਸਤਾਨ ਨਾਲ ਇਹਨਾਂ ਦੀਆਂ ਹਾਲਾਤ ਚੱਲ ਰਹੇ ਨੇ, ਜੋ ਸ਼੍ਰੀਲੰਕਾ ਨਾਲ ਹਾਲਾਤ ਨੇ, ਜੋ ਬੰਗਲਾਦੇਸ਼ ਨਾਲ ਹਾਲਾਤ ਨੇ, ਤੇ ਜੋ ਸਭ ਤੋਂ ਵੱਡੇ ਤੌਰ ਤੇ ਚਾਈਨਾ ਨਾਲ ਹਾਲਾਤ ਨੇ, ਜੋ ਲੱਦਾਖ ਦੇ ਵਿੱਚ ਹੋ ਰਿਹਾ ਆ, ਉਸ ਚੱਕਰ ਦੇ ਵਿੱਚ ਤਾਂ ਫਿਰ ਰੱਖਿਆ ਮੰਤਰੀ ਦੀ ਵੀ ਜਿਹੜੀ ਆ ਉਹ ਜਾਣਾ ਬਣਦਾ। ਤੇ ਭਾਰਤ ਦੇ ਜਿਹੜੇ ਆਪਣੇ ਗਵਾਂਢੀ ਦੇਸ਼ਾਂ ਨਾਲ ਸੰਬੰਧ ਨੇ, ਜੇ ਉਹਨਾਂ ਸਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਐਸ ਜੈ ਸ਼ੰਕਰ ਪ੍ਰਸਾਦ ਦੀ ਵੀ ਪੁੱਛ ਪ੍ਰਤੀਤ ਹੋਣੀ ਚਾਹੀਦੀ ਸੀ। ਤੇ ਸਭ ਤੋਂ ਵੱਡੀ ਗੱਲ ਜਿਹੜੀ ਸੀਗੀ ਉਹ ਕੋਵਿਡ ਦੇ ਦੌਰਾਨ ਜੇ ਤੁਸੀਂ ਹੈਲਥ ਮਿਨਿਸਟਰ ਦੀ ਕੁਰਸੀ ਲੈ ਲਈ ਆ ਤੇ ਫਿਰ ਗ੍ਰਹਿ ਮੰਤਰੀ ਨੂੰ ਵੀ ਪੁੱਛਿਆ ਜਾਣਾ ਚਾਹੀਦਾ। ਬਿਲਕੁਲ, ਗ੍ਰਹਿ ਮੰਤਰੀ ਵਾਲੀ ਗੱਲ ਤੇ ਮੈਂ ਕੱਲ ਦੀ ਢਿੱਡ 'ਚ ਪਾਈ ਫਿਰਦੀ ਹਾਂ ਪੁੱਛਣ ਨੂੰ ਵੀ ਇਹਨਾਂ ਕੋਲੋਂ ਅਸਤੀਫਾ ਨਹੀਂ ਮੰਗਿਆ ਜਾਣਾ ਚਾਹੀਦਾ। ਬਿਲਕੁਲ ਮੰਗਿਆ ਜਾਣਾ ਚਾਹੀਦਾ ਸੀ, ਪਰ ਬਹੁਤ ਸਾਰੀਆਂ ਅਖਬਾਰਾਂ ਨੇ ਇਹ ਗੱਲ ਕਹੀ ਆ ਕਿ ਕਰਨ ਵਾਲੇ ਤੇ 2 ਨੇ ਤੇ ਜ਼ਿੰਮੇਵਾਰੀ ਪਾਉਣ ਵਾਲੇ ਹੁਣ 77 ਹੋ ਗਏ ਨੇ। ਪਹਿਲਾਂ ਉਹ ਕੁਝ ਘੱਟ ਸੀ, 50 56 57 58 ਸੀ। ਨਾਮ ਲੱਗਦਾ ਉਹਨਾਂ 58 ਬੰਦਿਆਂ ਦਾ, ਉਹ ਮਿਨਿਸਟਰੀਆਂ ਉਹਨਾਂ ਦੇ ਕੋਲ ਨੇ, ਪਰ ਜਿਹੜੀ ਅਸਲ ਦੇ ਵਿੱਚ ਕੰਮ ਹੁੰਦਾ ਆ ਸਾਰਾ ਹੀ ਉਹ ਹੈਗਾ PMO ਆਫਿਸ ਦੇ ਵਿੱਚ, ਤੇ ਜਾਂ ਫਿਰ ਦੂਸਰੇ ਨੇ ਅਮਿਤ ਸ਼ਾਹ ਜੀ। ਇਹ ਵੀ ਕਿਹਾ ਜਾਂਦਾ ਆ ਚੁਟਕਲੇ ਦੇ ਅੰਦਾਜ਼ ਦੇ ਵਿੱਚ ਜਾਂ ਤੰਜ਼ ਦੇ ਵਿੱਚ, ਕਈਆਂ ਨੇ 1.5 ਮੰਤਰੀ ਵੀ ਕਿਹਾ ਕਿ ਪੂਰੇ ਭਾਰਤ ਦੀ ਜਿਹੜੀ ਰਾਜਨੀਤੀ ਆ, ਜਿਹੜੀ ਪੂਰੇ ਭਾਰਤ ਦੀ ਕੈਬਨਿਟ ਹੈ, ਉਹਨੂੰ 1.5 ਮੰਤਰੀ ਚਲਾ ਰਹੇ ਨੇ। PMO ਪੂਰਾ ਮੰਤਰੀ ਆ ਤੇ ਗ੍ਰਹਿ ਮੰਤਰੀ ਜਿਹੜਾ ਉਹ ਅੱਧਾ ਮੰਤਰੀ ਆ। ਹਰ ਫਾਈਲ ਜਿਹੜੀ ਆ ਉਹ PMO ਕੋਲ ਸੈਂਕਸ਼ਨ ਹੁੰਦੀ ਆ, ਚਾਹੇ ਉਹ ਕਿਸੇ ਵੀ ਮਿਨਿਸਟਰੀ ਦੀ ਹੋਵੇ। ਫਿਰ ਇਹਨਾਂ ਦੀ ਜ਼ਿੰਮੇਵਾਰੀ ਕਿਵੇਂ ਤੈਅ ਕੀਤੀ ਗਈ? ਚਲੋ ਫਿਰ ਅਸੀਂ ਉਸੇ ਗੱਲ ਤੇ ਆ ਜਾਂਦੇ ਹਾਂ ਕਿ ਸਰਕਾਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਹੁਦਾ ਆ ਪ੍ਰਧਾਨ ਮੰਤਰੀ ਆ, ਤੇ ਸੰਵਿਧਾਨ ਦੇ ਅਨੁਸਾਰ ਉਹ ਕਿਸੇ ਦਾ ਵੀ ਅਸਤੀਫਾ ਲੈ ਸਕਦੇ ਨੇ, ਰਾਸ਼ਟਰਪਤੀ ਨੂੰ ਦੱਸ ਦਿੰਦੇ ਨੇ ਕਿ ਆਹ ਬੰਦਾ ਅੱਜ ਤੋਂ ਮੰਤਰੀ ਨਹੀਂ ਹੈ। ਗੱਲ ਅਸੀਂ ਕਰਦੇ ਹਾਂ ਜਿਹੜੀ ਕੈਬਨਿਟ ਦੀ ਕੱਲ ਪਲੇਠੀ ਮੀਟਿੰਗ ਹੋਈ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਸਿੱਖਿਆਵਾਂ ਦਿੱਤੀਆਂ, ਬਾਅਦ ਵਿੱਚ ਜਿਹੜੀਆਂ ਕੀਤੀਆਂ ਗੱਲਾਂ ਉਹਦੇ ਚੋਂ 2 ਗੱਲਾਂ ਸਵਲੀਨ ਜੀ ਸਾਹਮਣੇ ਆਈਆਂ। ਇੱਕ ਤੇ 23,000 ਕਰੋੜ ਦਾ ਇੱਕ ਫੰਡ ਜਿਹੜਾ ਕਾਫੀ ਦਿਨਾਂ ਤੋਂ ਦਿਖਾਇਆ ਜਾ ਰਿਹਾ, ਉਹਦੀ ਫਿਰ ਗੱਲ ਹੋਈ ਕਿ ਇਹ ਕਰੋਨਾ ਦੀ ਤੀਸਰੀ ਲਹਿਰ ਲਈ ਰੱਖਿਆ ਗਿਆ ਤੇ ਇਹ 9 ਮਹੀਨਿਆਂ ਦੇ ਵਿੱਚ ਜਿਹੜਾ ਆ ਇਹਨੂੰ ਆਪਾਂ ਯੂਜ਼ ਕਰਨਾ, ਤੇ ਉਹਦੀ ਸਾਰੀ ਜਿਹੜੀ ਰੂਪ ਰੇਖਾ ਉਹਦੇ 'ਚ ਦੱਸੀ ਗਈ। ਜਿਹੜੇ ਐਕਸਪਰਟ ਨੇ, ਮੈਡੀਕਲ ਲਾਈਨ ਨਾਲ ਜੁੜੇ ਹੋਏ ਨੇ ਜਾਂ ਉਹ ਬਾਹਰਲੀਆਂ ਸੰਸਥਾਵਾਂ ਨੇ, ਚਾਹੇ ਉਹ WHO ਨੇ, ਉਹ ਤਾਂ ਕਹਿ ਰਹੀਆਂ ਨੇ ਕਿ ਜਿਹੜੀ ਤੁਹਾਡੀ ਤੀਸਰੀ ਲਹਿਰ ਆ ਉਹ ਆ ਜਾਣੀ ਆ 2-4 ਹਫ਼ਤਿਆਂ 'ਚ। ਅਗਸਤ ਦਾ ਵੀ ਰੌਲਾ ਹੈ ਰਿਹਾ, ਈਵਨ ਕਿ ਉਹਦੇ ਜਿਹੜੇ ਕੇਸ ਆ ਉਹ ਭਾਰਤ 'ਚ ਵੀ ਮਿਲ ਰਹੇ ਆ ਤੇ ਬਾਹਰਲੇ ਦੇਸ਼ਾਂ 'ਚ ਵੀ ਮਿਲ ਰਹੇ ਆ। ਤੇ ਇਹਨਾਂ ਨੇ ਜਿਹੜਾ 23,000 ਕਰੋੜ ਰੱਖਿਆ, ਉਹ 9 ਮਹੀਨਿਆਂ ਦੇ ਵਿੱਚ ਉਹਦਾ ਜਿਹੜਾ ਖਰਚਾ ਪਾਣੀ ਜਿਹੜਾ ਆ ਕਰਨਾ ਆ, ਉਹਦੀ ਜਿਹੜੀ ਬਿਉਂਤਬੰਦੀ ਆ ਉਹ ਕਰਨੀ ਆ। ਦੂਸਰੀ ਜਿਹੜੀ ਵੱਡੀ ਗੱਲ ਕੀਤੀ ਆ ਉੱਥੇ ਉਹ ਖੇਤੀ ਮੰਤਰੀ ਜਿਹੜੇ ਤੁਸੀਂ ਤੋਮਰ ਸਾਹਿਬ ਦੀ ਗੱਲ ਕੀਤੀ ਆ ਕਿ ਉਹਨਾਂ ਦੀ ਬੇਬਾਕੀ ਦੇ ਉੱਤੇ ਕੋਈ ਲਗਾਮ ਜਿਹੜੀ ਨਹੀਂ ਲਾਈ ਗਈ PMO ਵੱਲੋਂ, ਜਾਂ ਪ੍ਰਧਾਨ ਮੰਤਰੀ ਨੇ ਜਿਹੜੀ ਸਲਾਹ ਦਿੱਤੀ ਆ ਉਸ ਸਲਾਹ ਦੇ ਵਿੱਚ ਸ਼ਮੂਲੀਅਤ ਨਹੀਂ ਰੱਖਦੇ ਹੋ। ਉਹਨਾਂ ਨੇ ਇੱਕ ਗੱਲ ਕੀਤੀ ਆ ਕਿ ਜਿਹੜਾ APMC ਐਕਟ ਆ ਉਹਨੂੰ ਖਤਮ ਨਹੀਂ ਕੀਤਾ ਜਾ ਰਿਹਾ। ਇਹਨੂੰ ਫਿਰ ਸਰਕਾਰ ਵੱਡੇ ਲੈਵਲ ਤੇ ਪ੍ਰਚਾਰ ਰਹੀ ਆ ਕਿ ਅਸੀਂ ਕਿਹਾ ਸੀ ਕਿਸਾਨ ਅੰਦੋਲਨ ਦੇ ਦੌਰਾਨ ਦੇ ਵਿੱਚ, ਜਾਂ ਉਹ ਜਦੋਂ ਬਿੱਲ ਪਾਸ ਕੀਤੇ ਸੀ ਕਿ APMC ਜਿਹੜੀ ਆ ਖਤਮ ਨਹੀਂ ਹੋਵੇਗੀ। APMC ਅਸੀਂ ਬੜੇ ਦਿਨਾਂ ਤੋਂ ਕਰ ਰਹੇ ਸੀਗੇ, ਤੇ ਅਸੀਂ ਇਸ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਦੇਖੀ ਸੀ ਕਿ APMC ਇੱਕ ਐਕਟ ਸੀ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ। ਜਿਹੜੀਆਂ ਖੇਤੀ ਦੀਆਂ ਜਿਣਸਾਂ ਜੋ ਖੇਤਾਂ ਦੇ ਵਿੱਚ ਉਗਾਇਆ ਜਾਂਦਾ, ਉਹ ਜਿਸ ਮਾਰਕੀਟ ਕਮੇਟੀ ਦੇ ਵਿੱਚ, ਜਿਸ ਮੰਡੀ ਦੇ ਵਿੱਚ ਆ ਕੇ ਵੇਚਿਆ ਜਾਂਦਾ, ਉਹਨੂੰ APMC ਐਕਟ ਕਹਿੰਦੇ ਆ। ਉਹਦੇ ਅਧੀਨ ਇਹਨਾਂ ਨੇ 1 ਲੱਖ ਕਰੋੜ ਦਾ ਇੱਕ ਇਨਫਰਾਸਟ੍ਰਕਚਰ ਫੰਡ ਦੀ ਗੱਲ ਕੀਤੀ ਆ ਕਿ 1 ਲੱਖ ਕਰੋੜ ਜਿਹੜਾ ਆ ਉਹ APMC ਜਿਹੜਾ ਆ ਉਹਦੇ ਸੁਧਾਰ ਲਈ, ਉਹਦੇ ਵਿਸਤਾਰ ਲਈ, ਉਹਦੇ ਵਿਕਾਸ ਲਈ ਖਰਚਿਆ ਜਾਵੇਗਾ। ਹੁਣ ਸੁਣਨ ਨੂੰ ਤੇ ਗੱਲ ਬਹੁਤ ਸੋਹਣੀ ਲੱਗਦੀ ਹੈ, ਫਿਰ ਸਰਕਾਰ ਕਹਿ ਰਹੀ ਸੀ ਕਿ ਅਸੀਂ APMC ਜਿਹੜਾ ਆ ਉਹ ਖਤਮ ਨਹੀਂ ਕਰਨਾ, ਤੇ ਸਰਕਾਰ ਨੇ ਉਹਦੇ ਤੇ ਦੂਸਰੀ ਮੋਹਰ ਲਾਤੀ ਆ ਕਿ APMC ਜਿਹੜਾ ਐਕਟ ਆ ਉਸ APMC ਦੇ ਸੁਧਾਰ ਲਈ, ਮੰਡੀਆਂ ਨੂੰ ਬਣਾਉਣ ਲਈ, ਮੰਡੀਆਂ ਦੇ ਵਿੱਚ ਛਟਾਈ ਲਈ, ਤੁਲਾਈ ਲਈ, ਸਫਾਈ ਲਈ, ਅਨਾਜ ਦੀ ਗ੍ਰੇਡਿੰਗ ਲਈ, ਸੁਕਾਈ ਲਈ, ਮਸ਼ੀਨਰੀ ਲਈ, ਸਾਰੀਆਂ ਚੀਜ਼ਾਂ ਲਈ 1 ਲੱਖ ਕਰੋੜ ਦਾ ਫੰਡ ਜਿਹੜਾ ਆ ਉਹ ਰੱਖ ਦਿੱਤਾ। ਬਹੁਤ ਸੋਹਣੀ ਗੱਲ ਲੱਗਦੀ ਹੈ ਕਿ ਸਰਕਾਰ ਨੇ ਇਹ ਕਿਹਾ ਸੀ APMC ਕਾਇਮ ਰਹੂਗਾ, ਤੇ ਹੁਣ APMC ਲਈ 1 ਲੱਖ ਕਰੋੜ ਦੇ ਦਿੱਤਾ। ਪਰ ਜਦੋਂ ਤੁਸੀਂ ਉਹਦਾ ਐਨਾਲਿਸਿਸ ਕਰਦੇ ਆ, ਜਦੋਂ ਉਹਦੀ ਵਿਵੇਚਨ ਕਰਦੇ ਆ, ਜਦੋਂ ਉਹਦੇ ਵਿੱਚੋਂ ਪੜ੍ਹਦੇ ਆ, ਤੇ ਉਹ ਫਿਰ ਉਹੀ ਸਰਕਾਰ ਦੀ ਜਿਹੜੀ ਫੇਲੂਅਰ ਆ ਤੇ ਜਿਹੜੀ ਬਦਨੀਤੀ ਆ ਉਹ ਸਾਹਮਣੇ ਆਉਂਦੀ ਹੈ। ਉਹਨਾਂ ਨੇ ਕਿਹਾ ਕਿ ਮੰਡੀ ਜਿਹੜੀ ਆ ਉਹ ਕਿਸੇ ਵੀ ਇੱਕ ਯੋਜਨਾ ਲਈ, 25 ਯੋਜਨਾਵਾਂ ਨੇ ਉਹਦੇ 'ਚ, ਉਹਦੇ ਲਈ 2 ਕਰੋੜ ਤੱਕ ਦਾ ਕਰਜ਼ਾ ਲੈ ਸਕਦੀ ਹੈ ਇਸ 1 ਲੱਖ ਕਰੋੜ 'ਚੋਂ। 2400 ਦੇ ਕਰੀਬ ਮੰਡੀਆਂ ਨੇ, ਤੇ ਕੁਝ ਸਬ ਮੰਡੀਆਂ ਨੇ, ਸਬ ਯਾਰਡ ਨੇ, 4500 ਉਹਨਾਂ ਦੀ ਗਿਣਤੀ ਆ। ਸੋ ਮੰਡੀ ਦੇ ਤੇ ਇਹਨਾਂ ਹੀ ਮੰਡੀਆਂ ਦੇ ਅਧੀਨ ਜਿਹੜੇ ਨੇ ਉਹ 1,70,000 ਤੋਂ ਵੱਧ ਰਜਿਸਟਰਡ ਟਰੇਡਰਸ ਨੇ, ਜਿਨ੍ਹਾਂ ਨੂੰ ਅਸੀਂ ਆੜ੍ਹਤੀਏ ਕਹਿੰਦੇ।
ਉਹ ਹੁਣ ਉਸ ਮੰਡੀ ਦੇ ਵਿਕਾਸ ਲਈ ਉਹ ਇਸ ਫੰਡ ਦੇ ਵਿੱਚੋਂ 2 ਕਰੋੜ ਤੱਕ ਦਾ ਕਰਜ਼ਾ ਜਿਹੜੀ ਆ ਮੰਡੀ ਲੈ ਸਕਦੀ। ਹੁਣ ਉਹ ਕਰਜ਼ਾ ਕੌਣ ਲਵੇਗਾ? ਉਸ ਕਰਜ਼ੇ ਨੂੰ ਮੋੜਨ ਦੀ ਸਥਿਤੀ 'ਚ ਕੀ ਮੰਡੀਆਂ ਹਨ? ਜੇ ਅਸੀਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਤੇ ਜਿੰਨਾ ਅਨਾਜ ਦਾ ਇੱਥੇ ਖਰੀਦ ਤੇ ਵੇਚ ਹੁੰਦੀ ਆ, ਜਿੰਨਾ ਉਹ ਤੋਂ ਟੈਕਸ ਮਿਲਦਾ ਆ, ਉਸ ਸਾਰੇ ਦੀ ਜਦੋਂ ਅਸੀਂ ਕੈਲਕੂਲੇਸ਼ਨ ਕਰਦੇ ਸੀ ਤੇ ਪੰਜਾਬ ਦਾ ਜਿਹੜਾ ਮੰਡੀ ਬੋਰਡ ਆ ਉਹ ਪੰਜਾਬ ਸਰਕਾਰ ਦੇ ਵਧੀਆ ਅਦਾਰਿਆਂ 'ਚ ਗਿਣਿਆ ਜਾਂਦਾ। ਪੰਜਾਬ ਸਰਕਾਰ ਦਾ ਜਿਹੜਾ ਮੰਡੀ ਬੋਰਡ ਆ ਉਹ ਤੇ ਈਵਨ ਕਿ ਮੰਡੀਆਂ ਨੂੰ ਮੇਨ ਸੜਕਾਂ ਨਾਲ ਜੋੜਨ ਲਈ ਵਾਲੀਆਂ ਸੜਕਾਂ ਤੇ ਹੋਰ ਵੀ ਪੰਜਾਬ ਸਰਕਾਰ ਦੇ ਕਈ ਕੰਮ ਜਿਹੜਾ ਮੰਡੀ ਬੋਰਡ ਆ ਉਹ ਕਰਦਾ ਰਿਹਾ ਜੀ। ਸੋ ਗੱਲ ਜਿਹੜੀ ਉਹ ਕੈਬਨਿਟ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਆ ਉਹ ਇੱਕ ਨਿਰਾਪੁਰਾ ਧੋਖਾ ਆ, ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਜਿਹੜੀ ਇੱਕ ਲੁਕਵੀਂ ਗੱਲ ਸਾਹਮਣੇ ਆਉਂਦੀ ਆ, ਜਿਹਨਾਂ ਲੋਕਾਂ ਨੂੰ ਨਵੇਂ ਅਹੁਦੇ ਮਿਲੇ ਨੇ ਉਹਨਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਸੀ ਫਾਈਨਾਂਸ ਮਿਨਿਸਟਰ ਦੀ, ਹਾਲਾਂਕਿ ਉਹਨਾਂ ਦਾ ਅਹੁਦਾ ਨਹੀਂ ਬਦਲਿਆ, ਪਰ ਜ਼ਿਕਰ ਇਸ ਗੱਲ ਦਾ ਹੋ ਰਿਹਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਜਾਣੀ ਕਿ 31 ਮਾਰਚ ਤੋਂ ਪਹਿਲਾਂ ਉਹਨਾਂ ਦੇ ਮੋਹਰੇ 2 ਵੱਡੇ ਟਾਰਗੇਟ ਨੇ ਜੀ। ਮੇਰੀ ਗੱਲ ਸ਼ਾਇਦ ਬਹੁਤਿਆਂ ਬੰਦਿਆਂ ਨੇ ਇਸ ਗੱਲ ਨਾਲ ਸਹਿਮਤ ਹੋਣਗੇ ਤੇ ਕੁਝ ਨੂੰ ਲੱਗਣਗੇ ਕਿ ਪੰਡਤ ਜੀ ਭਵਿੱਖਬਾਣੀ ਕਰਦੇ ਆ, ਪਰ ਜਾਣਾ ਇਸ ਮੰਤਰੀ ਦਾ ਵੀ ਤੈਅ ਆ। ਟਾਈਮ ਥੋੜਾ ਜਿਹਾ ਜ਼ਰੂਰ ਲੱਗੂਗਾ। ਇਹਨਾਂ ਦੀ ਵੀ ਉਹ ਜਿਹੜੀ ਕੱਲ ਗਏ ਸੀ ਨਾ ਕਿ ਬੱਕਰੀ ਬਲੀ ਜਿਹੜੀ ਆ ਉਹਨਾਂ ਦੀ ਵੀ ਲਈ ਜਾਣੀ ਹੈ। ਬੱਕਰੇ ਦੀ ਬਲੀ ਦੀ ਮਾਂ ਕਦ ਤੱਕ ਖੈਰ ਮਨਾਏ, ਇਹਨਾਂ ਦੀ ਵੀ ਬਲੀ ਲਈ ਜਾਣੀ ਹੈ। ਇਹਨਾਂ ਤੋਂ 2 ਕੰਮ ਕਰਵਾਏ ਜਾਣੇ ਆ। ਇੱਕ ਤਾਂ ਜਿਹੜੀਆਂ ਖੋਖਲਾ ਹੋ ਚੁੱਕੀਆਂ ਬੈਂਕਾਂ ਆ ਉਹਨਾਂ ਨੂੰ ਪ੍ਰਾਈਵੇਟ ਕੀਤਾ ਜਾਣਾ, 2 ਦੇ ਆਰਡਰ ਆ ਚੁੱਕੇ ਆ, 2 ਚਾਹੁੰਦੇ ਹੋਰ ਆ ਜਾਣੇ। ਤੇ ਦੂਸਰਾ ਜਿਹੜਾ ਆ ਸਭ ਤੋਂ ਸਰਕਾਰ ਦਾ ਕਮਾਊ ਅਦਾਰਾ ਆ ਜਿਹਦੇ ਕੋਲ ਲੱਖਾਂ ਕਰੋੜਾਂ ਅਰਬਾਂ ਰੁਪਏ ਲੋਕਾਂ ਦੇ ਜਮ੍ਹਾਂ ਨੇ, LIC, ਉਹਦੇ ਵਿੱਚ IPO ਦੀ ਤਿਆਰੀ ਆ। ਉਹਦੇ ਵਿੱਚ ਜਿਹੜਾ ਸ਼ੇਅਰ ਮਾਰਕੀਟ 'ਚ ਉਹਨੂੰ ਲਾ ਕੇ ਉਹਦੇ 'ਚ ਬਹੁਤ ਸਾਰੇ ਰੁਪਏ ਇਕੱਠੇ ਕਰਕੇ ਤੇ ਉਹ ਜਿਹੜੇ ਆ ਵਰਤੇ ਜਾਣੇ ਆ। ਪਹਿਲਾਂ ਵੀ ਜਿਹੜਾ ਤੁਹਾਡੀ LIC ਆ ਉਹ ਬਹੁਤ ਸਾਰੇ ਪੈਸੇ ਆਪਣੇ ਡਿਵੀਡੈਂਡ ਦੇ ਜਾਂ ਆਪਣੇ ਲੋਕਾਂ ਦੇ ਜਿਹੜੇ ਉਹਨਾਂ ਨੇ ਉੱਥੇ ਪਾਲਿਸੀਜ਼ ਕਰਾਈਆਂ ਹੋਈਆਂ ਨੇ, ਉਹ ਬਹੁਤ ਸਾਰੇ ਰੁਪਏ LIC ਜਿਹੜੀ ਆ ਸਰਕਾਰ ਨੂੰ ਦੇ ਚੁੱਕੀ ਆ। ਇੱਦਾਂ ਹੀ ਜਦੋਂ ਅਸੀਂ ਹੋਰ ਮਿਨਿਸਟਰੀਆਂ ਦੀ ਗੱਲ ਕਰੀਏ ਤੇ ਜੋਤਿਰਾਦਿੱਤਿਆ ਸਿੰਧੀਆ ਨੂੰ ਸਿਵਲ ਐਵੀਏਸ਼ਨ ਦਿੱਤੀ ਆ ਹਰਦੀਪ ਪੁਰੀ ਜੀ ਤੋਂ ਲੈ ਕੇ। ਭਾਰਤ ਇੱਕ ਬਹੁਤ ਵੱਡਾ ਦੇਸ਼ ਆ ਤੇ ਇਸ ਦੇਸ਼ ਦੇ ਕੋਲ ਆਪਣੀ ਇੱਕੋ ਇੱਕ 에ਅਰਲਾਈਨ ਆ ਜਿਹੜੀ ਖਸਤਾ ਹਾਲਤ 'ਚ, 에ਅਰ ਇੰਡੀਆ। ਹਰਦੀਪ ਪੁਰੀ ਜੀ ਇਸ 에ਅਰਲਾਈਨ ਨੂੰ ਵੇਚ ਨਹੀਂ ਸਕੇ ਕਾਫੀ ਦੇਰ ਤੋਂ, ਤੇ ਹੁਣ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਜੋਤਿਰਾਦਿੱਤਿਆ ਸਿੰਧੀਆ ਕੋਲ ਆ ਗਈ ਆ। ਤੇ ਨਾਲ ਦੀ ਨਾਲ ਕਮੇਟੀ ਬਣੀ ਹੋਈ ਆ ਆਲਰੇਡੀ। ਹੁਣ ਦੇਖਦੇ ਆ ਕਿ ਉਹ ਕਮੇਟੀ ਕਿਹੋ ਜਿਹਾ ਸੁਝਾਅ ਲੈ ਕੇ ਆਉਂਦੀ ਆ ਤੇ ਸਿੰਧੀਆ ਸਾਹਿਬ ਕਿੰਨੀ ਛੇਤੀ ਕੋਈ ਖਰੀਦਣ ਵਾਲਾ ਲੱਭਦੇ ਆ ਤੇ ਇਸ ਇੱਕ ਮਾਤਰ ਭਾਰਤ ਦੀ 에ਅਰਲਾਈਨ ਨੂੰ ਵੇਚ ਕੇ ਸਰਕਾਰ ਇਹ ਤੋਂ ਕਿੱਦਾਂ ਵਿਹਲੀ ਹੁੰਦੀ ਹੈ। ਨਾਲ ਦੀ ਨਾਲ ਕੱਲੀ 에ਅਰਲਾਈਨ ਨਹੀਂ, 에ਅਰਪੋਰਟਸ ਵੀ ਨੇ। 6 에ਅਰਪੋਰਟਸ ਬੀਤੇ ਦਾ ਅਡਾਨੀ ਨੂੰ ਦੇ ਦਿੱਤੇ ਗਏ ਨੇ ਤੇ ਬਾਕੀ ਜਿਹੜੇ ਬਚੇ ਨੇ ਉਹਨਾਂ ਦੀ ਛੇਤੀ ਡਿਸਇਨਵੈਸਟਮੈਂਟ ਜਿਹੜੀ ਆ ਕਿੱਦਾਂ ਹੁੰਦੀ ਹੈ। ਇਹ ਇੱਕ ਲੁਕਵਾਂ ਸ਼ਬਦ ਲੱਭ ਲਿਆ ਗਿਆ ਹੈ, ਵਿਨਿਵੇਸ਼, ਡਿਸਇਨਵੈਸਟਮੈਂਟ। ਅਸਲ ਦੇ ਵਿੱਚ ਇਹਨੂੰ ਤੁਸੀਂ ਸਰਕਾਰੀ ਸੰਪਤੀਆਂ, ਸਰਕਾਰੀ ਅਦਾਰਿਆਂ ਤੇ ਸਰਕਾਰੀ ਵੱਡੀਆਂ ਇੰਸਟੀਟਿਊਸ਼ਨਸ ਨੂੰ ਵੇਚਣ ਦਾ ਹੀ ਦੂਸਰਾ ਨਾਮ ਹੈ। ਅਸੀਂ ਬੀਤੇ ਦਿਨ ਹੀ ਗੱਲ ਕੀਤੀ ਸੀ ਕਿ UK ਤੇ ਸਕਾਟਲੈਂਡ ਨੇ ਆਪਣੀ ਰੇਲਵੇ ਨੂੰ ਦੁਬਾਰਾ ਆਪਣੇ ਹੱਥਾਂ 'ਚ ਲੈਣ ਦਾ ਫੈਸਲਾ ਕੀਤਾ। ਉਹਨਾਂ ਨੇ ਉਹ ਜਿਹੜੀ ਸਰਕਲ ਆ ਘੁੰਮ ਕੇ ਪ੍ਰਾਈਵੇਟਾਈਜੇਸ਼ਨ ਦਾ ਪੂਰਾ ਕਰਕੇ ਵਾਪਸ ਆ ਗਏ ਨੇ। ਤੇ ਹਾਲਾਂਕਿ ਅਸੀਂ ਵਿਸ਼ਵ ਗੁਰੂ ਬਣਨ ਦੀ ਗੱਲ ਕਰਦੇ ਹਾਂ, ਵਿਕਾਸ ਦੀ ਗੱਲ ਕਰਦੇ ਹਾਂ, ਪਰ ਅਸੀਂ ਉਹਨਾਂ ਤੋਂ ਇਹ ਸਿੱਖਿਆ ਨਹੀਂ ਲੈਂਦੇ ਕਿ ਉਹਨਾਂ ਲੋਕਾਂ ਨੇ ਪ੍ਰਾਈਵੇਟਾਈਜੇਸ਼ਨ ਕੀਤੀ ਸੀ ਤੇ ਉਹ ਵਾਪਸ ਆ ਰਹੇ ਨੇ। ਬਿਲਕੁਲ। ਤੇ ਅਸੀਂ ਹਾਲੇ ਵੀ ਗੱਲ ਤੇ ਅਸੀਂ ਕਰਦੇ ਹਾਂ ਮੈਕਸਿਮਮ ਗਵਰਨੈਂਸ ਤੇ ਮਿਨੀਮਮ ਗਵਰਨਮੈਂਟ ਦੀ, ਪਰ ਸਾਡੀ ਗਵਰਨਮੈਂਟ ਬਹੁਤ ਵੱਡੀ ਆ ਤੇ ਗਵਰਨੈਂਸ ਜਿਹੜੀ ਆ ਉਹ ਛੋਟੀ ਹੋਈ ਜਾਂਦੀ ਆ। ਸਾਡੀ ਇੱਛਾ ਇਹੀ ਆ ਕਿ ਸਰਕਾਰ ਜਿਹੜੀ ਆ ਉਹ ਸਿਰਫ ਸਰਕਾਰ ਚਲਾਵੇ, ਬਾਕੀ ਸਭ ਕੁਝ ਵੇਚ ਵੱਟ ਕੇ ਤੇ ਅਸੀਂ ਵਿਹਲੇ ਹੋ ਜੀ। ਇਹ ਗੱਲ ਸੀ ਮੋਦੀ ਕੈਬਨਿਟ ਦੀ ਤੇ ਹੁਣ ਗੱਲ ਕਰਾਂਗੇ ਪੰਜਾਬ ਦੀ ਕੈਬਨਿਟ ਦੀ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਇਹ ਤੋਂ ਪਹਿਲਾਂ ਕਿ ਪੰਜਾਬ ਦੀ ਕੈਬਨਿਟ ਵੱਲ ਰੁਖ ਕਰੀਏ, ਕੋਈ ਹੋਰ ਵੀ ਨਵੀਂ ਗੱਲ ਹੋਈ ਮੋਦੀ ਕੈਬਨਿਟ 'ਚ? ਜੀ, ਕੈਬਨਿਟ ਦੀ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਉਹ ਤੁਹਾਨੂੰ ਦੱਸਿਆ, ਪਰ ਇਹਨਾਂ ਦਾ ਜਿਹੜਾ ਸਾਰਾ ਧਿਆਨ ਆ ਸਰਕਾਰ ਦਾ ਉਹ ਇਸ ਗੱਲ ਪਾਸੇ ਲੱਗਿਆ ਹੋਇਆ ਕਿਉਂਕਿ ਗਵਰਨਮੈਂਟ ਵੱਡੀ ਆ ਤੇ ਗਵਰਨੈਂਸ ਛੋਟੀ ਆ ਤੇ ਗਵਰਨਮੈਂਟ ਨੂੰ ਚਲਾਉਣ ਲਈ ਬਹੁਤ ਸਾਰੇ ਰੁਪਈਏ ਜਿਹੜੇ ਆ ਚਾਹੀਦੇ ਨੇ। ਫਿਰ ਉਸ ਗਵਰਨਮੈਂਟ ਲਈ ਜਿਹੜੇ ਫੰਡ ਆ ਉਹ ਕਿਹੜਾ ਮਿਨਿਸਟਰ ਇਕੱਠੇ ਕਰਕੇ ਲਿਆਉਂਦਾ ਤੇ ਕਿੱਥੋਂ ਲੈ ਕੇ ਆਉਂਦਾ। ਚਾਹੇ ਉਹਦੇ 'ਚ ਸਟੀਲ ਮੰਤਰੀ RP ਸਿੰਘ ਦੀ ਡਿਊਟੀ ਲੱਗੇਗੀ ਕਿਉਂਕਿ LIC ਤੋਂ ਬਾਅਦ ਸਰਕਾਰ ਸੇਲ ਦੀ ਵੀ ਗੱਲ ਕਰ ਚੁੱਕੀ ਹੈ। ਸੇਲ ਉਹ ਵੇਚਣ ਵਾਲੀ ਸੇਲ ਨਹੀਂ, SAIL ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਜਿਹੜੀ ਭਾਰਤ ਸਰਕਾਰ ਦਾ ਬਹੁਤ ਵੱਡਾ ਅਦਾਰਾ ਆ ਜਿਹੜਾ ਲੋਹੇ ਨਾਲ
ਜੁੜੀਆਂ ਕਾਰੋਬਾਰ ਦੇ ਵਿੱਚ ਹੈਗਾ, ਉਹਦੀ ਵੀ ਗੱਲ ਹੋ ਰਹੀ ਹੈ। ਇਹਦੇ ਨਾਲ ਹੀ ਸ਼ਿਪਿੰਗ ਐਂਡ ਪੋਰਟਸ ਜਿਹੜੇ ਦਿੱਤੇ ਹੋਏ ਨੇ ਸਰਬਾਨੰਦ ਸੋਨੋਵਾਲ ਨੂੰ, ਉਹਦੇ 'ਚ ਵੀ ਦੇਖਿਆ ਜਾਵੇਗਾ, ਕਿਉਂਕਿ ਪੋਰਟਸ ਦਾ ਵੀ ਸਾਰਾ ਬਿਜ਼ਨਸ ਜਿਹੜਾ ਆ ਅਡਾਨੀ ਗਰੁੱਪ ਕੋਲ ਹੈ, ਤੇ ਪੋਰਟਸ ਵੀ ਭਾਰਤ ਦੀਆਂ ਜਿਹੜੀਆਂ ਉਹ ਵਿਨਿਵੇਸ਼ ਵੱਲ ਨੇ, ਚਾਹੇ ਉਹ ਵੇਚੀਆਂ ਜਾਣਗੀਆਂ, ਚਾਹੇ ਉਹ ਲੰਬੇ ਸਮੇਂ ਤੱਕ ਲੀਜ਼ ਤੇ ਦਿੱਤੀਆਂ ਜਾਣਗੀਆਂ। ਤੇ ਵੱਧਦੀਆਂ ਹੋਈਆਂ ਤੇਲ ਦੀਆਂ ਕੀਮਤਾਂ ਨੂੰ ਦੇਖ ਕੇ ਹਰਦੀਪ ਸਿੰਘ ਪੁਰੀ ਨੂੰ ਦਿੱਤੀ ਗਈ ਆ ਪੈਟਰੋਲੀਅਮ ਮੰਤਰਾਲਿਆ, ਉਹਦੇ ਤੇ ਉਹ ਕਿੱਦਾਂ ਨੱਥ ਪਾਉਂਦੇ ਨੇ ਜਾਂ ਉਸ ਸਪੀਡ ਨਾਲ ਪਹਿਲਾਂ ਵਾਂਗ ਹੀ ਕੰਮ ਚੱਲੀ ਜਾਂਦਾ, ਕਿਉਂਕਿ ਇਹ ਕੁਝ ਖਾਸ ਤਰ੍ਹਾਂ ਦੇ ਮੰਤਰੀ ਨੇ ਜਿਨ੍ਹਾਂ 'ਚ ਐਸ ਜੈ ਸ਼ੰਕਰ ਤੇ ਹਰਦੀਪ ਪੁਰੀ ਨੇ, ਤੇ ਕੁਝ ਹੋਰ ਵੀ ਨਾਮ ਨੇ ਜਿਹੜੇ ਬਿਊਰੋਕਰੈਟਸ ਤੋਂ ਬਾਅਦ ਮਿਨਿਸਟਰ ਬਣੇ ਨੇ। ਤੇ ਬਿਊਰੋਕਰੈਟਸ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬੀ 'ਚ ਨੌਕਰਸ਼ਾਹ ਕਹਿੰਦੇ ਆ, ਜਿਨ੍ਹਾਂ ਨੇ ਆਪਣੀ ਵੱਡੀ ਜਿਹੜੀ ਆ ਉਮਰ ਦਾ ਹਿੱਸਾ ਆ ਉਹ ਇੱਕ ਸਰਕਾਰੀ ਨੌਕਰੀ ਦੇ ਵਿੱਚ, ਭਾਵੇਂ ਉਹ ਵੱਡੇ ਅਹੁਦੇ ਤੇ ਸੀ ਪਰ ਨੌਕਰੀ ਦੇ ਵਿੱਚ ਬਿਤਾਇਆ, ਤੇ ਉਹਨਾਂ ਨੂੰ ਆਦਤ ਹੁੰਦੀ ਆ ਆਪਣੇ ਬੌਸ ਦੀ ਗੱਲ ਸੁਣਨ ਦੀ ਤੇ ਮੰਨਣ ਦੀ। ਤੇ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਬੌਸ ਆ ਉਹ ਸਰਕਾਰ ਬਣ ਗਈ, ਹੁਣ ਉਹੀ ਕਰਨਗੇ ਜੋ ਉਹਨਾਂ ਨੂੰ ਸਰਕਾਰ ਕਹੇਗੀ। ਇੱਕ ਗੱਲ ਜਿਹੜੀ ਹੋ ਰਿਹਾ ਇਸ ਵਿਸਤਾਰ ਦੇ ਵਿੱਚ ਦੇਖਣ ਵਾਲੀ ਸਵਲੀਨ ਜੀ, ਕਿ ਭਾਰਤੀ ਜਿਹੜੀ ਲੋਕਤੰਤਰ ਦੀ ਪ੍ਰਣਾਲੀ ਉਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੋ ਹਿੱਸੇ ਨੇ, ਤੀਸਰਾ ਹਿੱਸਾ ਹੈ ਰਾਸ਼ਟਰਪਤੀ। ਇਹਨਾਂ ਨੂੰ ਮਿਲ ਕੇ ਜਿਹੜੀ ਸਾਡੀ ਸਰਕਾਰ ਜਿਹੜੀ ਆ ਉਹ ਬਣਦੀ ਆ। ਤੇ ਅੱਗੇ ਪਹਿਲਾਂ ਪਿਛਲਿਆਂ ਦੇ ਵਿੱਚ ਇਦਾਂ ਹੁੰਦਾ ਸੀਗਾ ਕਿ ਬਹੁਤੇ ਮਿਨਿਸਟਰ ਜਿਹੜੇ ਆ ਉਹ ਲੋਕ ਸਭਾ ਤੋਂ ਲਏ ਜਾਂਦੇ ਸੀ, ਰਾਜ ਸਭਾ ਦੇ ਵਿੱਚ ਕੁਝ ਖਾਸ ਤਰ੍ਹਾਂ ਦੇ ਲੋਕ ਹੁੰਦੇ ਸੀ ਜਿਨ੍ਹਾਂ ਦੀ ਕਿਸੇ ਨਾ ਕਿਸੇ ਦੀ ਕੋਈ ਮਹੱਤਤਾ ਹੁੰਦੀ ਸੀ, ਕਿਸੇ ਨਾ ਕਿਸੇ ਦੀ ਸਪੈਸ਼ਲਾਈਜੇਸ਼ਨ ਹੁੰਦੀ ਸੀ ਕਿਸੇ ਫੀਲਡ ਦੇ ਵਿੱਚ, ਚਾਹੇ ਉਹ ਡਾਕਟਰਸ ਹੁੰਦੇ ਸੀ ਜਾਂ ਕੋਈ ਵਕੀਲ ਸੀ ਜਾਂ ਕਿਸੇ ਹੋਰ ਫੀਲਡ ਤੋਂ ਆਏ ਲੋਕ ਹੁੰਦੇ ਸੀ ਜਿਹੜੇ ਚੁਣੇ ਗਏ ਹੁੰਦੇ ਸੀ ਰਾਜ ਸਭਾ 'ਚ, ਉਹਨਾਂ ਨੂੰ ਮਿਨਿਸਟਰ ਬਣਾਇਆ ਜਾਂਦਾ ਸੀ। ਪਰ ਹੁਣ ਬੀਤੇ ਸਮੇਂ ਤੋਂ ਇਹ ਚੀਜ਼ਾਂ ਜਿਹੜੀਆਂ ਉਹ ਟੁੱਟ ਗਈਆਂ। ਇਸ ਵਾਰ ਦੀ ਜੇ ਅਸੀਂ ਗੱਲ ਕਰੀਏ ਤੇ ਮੋਦੀ ਕੈਬਨਿਟ ਦੇ ਵਿੱਚ 40% ਤੋਂ ਜ਼ਿਆਦਾ ਮੰਤਰੀ ਜਿਹੜੇ ਆ ਰਾਜ ਸਭਾ ਤੋਂ ਆਏ ਨੇ। ਫਿਰ ਇਹ ਉਹ ਸੰਸਦ ਨੇ ਜਿਹੜੇ ਵੋਟਾਂ ਨਾਲ ਨਹੀਂ ਜਿੱਤੇ ਹੋਏ, ਇਹਨਾਂ ਦਾ ਸਿੱਧੇ ਲੋਕਾਂ ਨਾਲ ਕੋਈ ਸੰਪਰਕ ਨਹੀਂ ਹੈ, ਜਾਂ ਇਦਾਂ ਕਹਿ ਲਈਏ ਕਿ ਇਹ ਕਿਸੇ ਹਲਕੇ 'ਚ ਜਾ ਕੇ ਉੱਥੇ ਜਵਾਬਦੇਹ ਨਹੀਂ ਹਨ। ਤੇ ਫਿਰ ਇਹ ਸਰਕਾਰ ਦੇ ਏਜੰਡੇ ਨੂੰ ਜਿੱਦਾਂ ਸਰਕਾਰ ਚਾਹੁੰਦੀ ਹੈ ਉੱਦਾਂ ਚਲਾਉਣ ਦੇ ਵਿੱਚ ਜ਼ਿਆਦਾ ਸਹਾਈ ਹੁੰਦੇ ਨੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਹਾਂ ਤਾਂ ਫਿਰ ਇਦਾਂ ਲੱਗਦਾ ਹੈ ਕਿ ਜਿਹੜੀ ਸਰਕਾਰ ਆ ਉਹ ਇੱਕ ਬਿਲਕੁਲ ਆਪਣੇ ਮਨਮਾਨੇ ਢੰਗ ਨਾਲ ਕੰਮ ਕਰ ਰਹੀ ਆ, ਤੇ ਉਹਨਾਂ ਦਾ ਲੋਕ ਹਿੱਤਾਂ ਦੇ ਵੱਲ ਬਹੁਤਾ ਧਿਆਨ ਨਹੀਂ ਹੈਗਾ। ਇਸ ਵਿਸਤਾਰ ਨੂੰ 2024 ਦੀਆਂ ਇਲੈਕਸ਼ਨਸ ਲਈ ਵੀ ਦੇਖਿਆ ਜਾ ਰਿਹਾ, ਜਿੱਦਾਂ ਮਿਨਿਸਟਰਸ ਸਟੇਟਾਂ ਤੋਂ ਲਏ ਨੇ, ਵੱਖ-ਵੱਖ ਸਟੇਟਾਂ ਤੋਂ, ਉਹਦੇ ਨਾਲ ਇਹ ਵੀ ਜਿਹੜਾ ਨਿਸ਼ਾਨਾ ਉਹ ਫਿੱਟ ਕੀਤਾ ਗਿਆ ਕਿ ਅਗਲੇ ਸਾਲ ਦੇ ਵਿੱਚ 7 ਇਲੈਕਸ਼ਨਸ ਨੇ, 5 ਚੜ੍ਹਦੇ ਸਾਲ 'ਚ ਤੇ 2 ਸਾਲ ਦੇ ਐਂਡਲੇ ਹਿੱਸੇ 'ਚ। ਪੰਜਾਬ, ਗੋਆ, ਮਣੀਪੁਰ, ਉੱਤਰਾਖੰਡ ਤੇ ਉੱਤਰ ਪ੍ਰਦੇਸ਼, ਤੇ ਜਾਂਦੇ ਫਿਰ ਹਿਮਾਚਲ ਤੇ ਗੁਜਰਾਤ। ਇਹਨਾਂ ਸਾਰਿਆਂ ਦਾ ਵੀ ਜਿਹੜਾ ਮਸਲਾ ਆ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਸਾਰਿਆਂ ਨੂੰ ਜੇ ਦੇਖੀਏ ਤੇ ਸਿਰਫ ਪੰਜਾਬ ਇੱਕ ਸਟੇਟ ਆ ਜਿੱਥੋਂ ਕਿਸੇ ਨੂੰ ਨਵਾਂ ਮਿਨਿਸਟਰ ਨਹੀਂ ਬਣਾਇਆ ਗਿਆ, ਨਾ ਕਿਸੇ ਦੀ ਤਰੱਕੀ ਕੀਤੀ ਗਈ। ਕਹਿਣ ਨੂੰ ਹਰਦੀਪ ਸਿੰਘ ਪੁਰੀ ਸਿੱਖ ਚਿਹਰਾ ਹੋ ਸਕਦੇ ਨੇ, ਪਰ ਉਹ ਯੂਪੀ ਤੋਂ ਰਾਜ ਸਭਾ ਦੇ ਮੈਂਬਰ ਨੇ, ਤੇ ਪੰਜਾਬ ਤੋਂ ਸਿਰਫ ਸੋਮ ਪ੍ਰਕਾਸ਼ ਹੀ ਨੇ ਜਿਹੜੇ ਇੱਕ ਰਾਜ ਮੰਤਰੀ ਦਾ ਅਹੁਦਾ ਜਿਨ੍ਹਾਂ ਕੋਲ ਹੈ। ਹਾਲਾਂਕਿ ਬੀਜੇਪੀ ਕੋਲ ਪੰਜਾਬ ਦੇ ਵਿੱਚ ਕੁਝ ਹੈ ਵੀ ਨਹੀਂ ਤੇ ਕਿਸੇ ਨੂੰ ਦਿੱਤਾ ਵੀ ਨਹੀਂ ਜਾ ਸਕਦਾ ਸੀ, ਪਰ ਫੇਰ ਵੀ ਜੇ ਉਹ ਚਾਹੁੰਦੇ ਤੇ ਸੰਨੀ ਦਿਓਲ ਨੂੰ ਵੀ ਮਿਨਿਸਟਰੀ ਦੇ ਸਕਦੇ ਸੀ। ਪਰ ਉਹ ਜਿਹੜੀ ਕੈਬਨਿਟ ਦੀ ਮੀਟਿੰਗ ਆ ਉਹ ਕੁੱਲ ਮਿਲਾ ਕੇ ਉਹ ਦੋ ਚੀਜ਼ਾਂ ਤੇ ਟਿਕੀ ਰਹੀ ਆ, ਤੇ ਬਾਕੀ ਬਹੁਤਾ ਧਿਆਨ ਜਿਹੜਾ ਆ ਉਹ ਵਿਨਿਵੇਸ਼ ਵੱਲ ਹੀ ਲੱਗਿਆ ਰਿਹਾ। ਸ਼ਰਮਾ ਜੀ, ਇਹ ਗੱਲ ਹੋ ਗਈ ਕੇਂਦਰੀ ਮੰਤਰੀ ਮੰਡਲ ਦੀ, ਪਰ ਹੁਣ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੀ ਕੈਬਨਿਟ ਵਿੱਚ ਵੀ ਰੱਦੋ-ਬਦਲ ਹੋ ਸਕਦਾ। ਦੇਖੋ, ਉਹਨਾਂ ਦਾ ਜਿਹੜਾ ਕੇਂਦਰ ਦਾ ਕੈਬਨਿਟ ਦਾ ਬਦਲਣ ਦਾ ਮਸਲਾ ਆ ਉਹ ਕੁਝ ਸਮਝ ਆਉਂਦਾ ਕਿ 2 ਸਾਲ ਸਰਕਾਰ ਨੇ ਚਲਾ ਲਿਆ ਸੀ, ਤੇ ਉਹਨਾਂ ਕੋਲ ਕੈਬਨਿਟ ਨੂੰ ਵਿਸਤਾਰ ਕਰਨ ਲਈ ਲੇਟ ਹੋਣ ਦਾ ਜਿਹੜਾ ਬਹਾਨਾ ਆ ਉਹ ਕੋਵਿਡ ਸੀ। ਉਹ ਗੱਲ ਸਮਝ ਆਉਂਦੀ ਹੈ, ਪਰ ਕੁਝ ਕਰਨ ਲਈ 3 ਸਾਲ ਹੈਗੇ ਉਹਨਾਂ ਕੋਲ ਮੋਰੇ 3 ਸਾਲ ਹੈਗੇ। ਜਿਹੜੀ ਪੰਜਾਬ ਦੇ ਵਿੱਚ ਕੈਬਨਿਟ ਦੀ ਤੁਸੀਂ ਗੱਲ ਕਰ ਰਹੇ ਆ ਰੱਦੋ ਬਦਲ ਦੀ, ਉਹ ਤੇ ਫਿਰ ਹੁਣ ਸਿਰਫ ਜਿਹੜੀ ਪੰਜਾਬ ਦੀ ਕਲਾ ਆ ਉਹਨੂੰ ਮਿਟਾਉਣ ਲਈ ਗੱਲਬਾਤ ਹੋ ਰਹੀ ਹੈ। ਬਹੁਤ ਦਿਨਾਂ ਤੋਂ ਇਹ ਵੀ ਉਡੀਕੀ ਜਾ ਰਹੀ ਹੈ। ਹਾਲਾਂਕਿ ਜਦੋਂ ਤੋਂ ਸਰਕਾਰ ਬਣੀ ਆ ਉਦੋਂ ਤੋਂ ਹੀ ਕਈ ਵਾਰ ਇਹ ਕਿਹਾ ਗਿਆ ਕਿ ਕੈਬਨਿਟ ਬਣਨੀ ਆ, ਨਵੀਂ ਕੈਬਨਿਟ 'ਚ ਬਹੁਤ ਸਾਰੇ ਜਿਹੜੇ MLAs ਨੇ ਉਹ ਆਸ ਲਾਈ ਬੈਠੇ ਆ ਵੀ ਜਦੋਂ ਕੈਬਨਿਟ ਬਣੂਗੀ ਤੇ ਸਾਨੂੰ ਕੁਰਸੀ ਮਿਲੂਗੀ ਜੀ, ਪਰ ਉਹ ਹਾਲੇ ਤੱਕ ਜਿਹੜਾ ਟਾਈਮ ਸੀਗਾ ਇੱਦਾਂ ਲੰਘ ਗਿਆ। ਕਹਿਣ ਨੂੰ ਇਹਨਾਂ ਨੇ ਵੀ 2 ਸਾਲ ਕਹਿ ਦੇਣੇ ਆ ਕਿ ਕੋਵਿਡ ਦੇ ਵਿੱਚ ਹੀ ਲੰਘੇ, ਪਰ ਇਹ ਕਰ ਜੇ ਚਾਹੁੰਦੇ ਤੇ ਇਹ ਵੀ ਕੈਬਨਿਟ ਦਾ ਵਿਸਤਾਰ ਕਰ ਸਕਦੇ ਸੀ। ਆਉਣ ਵਾਲੇ ਹਫ਼ਤੇ 'ਚ ਆਸ ਆ ਕਿ ਕੈਬਨਿਟ ਦਾ ਜਿਹੜਾ ਵਿਸਤਾਰ ਰੱਦੋ ਬਦਲਿਆ ਹੋਵੇਗੀ। ਉਸ ਤੋਂ ਪਹਿਲਾਂ ਇਹ ਦੇਖਿਆ ਜਾਊਗਾ ਕਿ ਕੈਬਨਿਟ 'ਚ ਰੱਦੋ ਬਦਲ ਪਹਿਲਾਂ ਹੁੰਦੀ ਆ ਜਾਂ ਪਾਰਟੀ ਦਾ ਜਿਹੜਾ ਢਾਂਚਾ ਆ ਉਹ ਦੁਬਾਰਾ ਬਣਾਇਆ ਜਾਂਦਾ, ਕਿਉਂਕਿ ਦੋਨੋਂ ਤਰ੍ਹਾਂ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਆ। ਬਹੁਤ ਲੋਕ ਇਹ ਕਹਿ ਰਹੇ ਨੇ ਕਿ ਸਿੱਧੂ ਨੂੰ ਪਾਰਟੀ 'ਚ ਜ਼ਿੰਮੇਵਾਰੀ ਮਿਲ ਜਾਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਕੈਬਨਿਟ 'ਚ ਰੱਦੋ ਬਦਲ ਹੋਣੀ ਆ, ਤੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਪਾਰਟੀ ਦੇ ਜਿਹੜੇ ਢਾਂਚੇ 'ਚ ਆ ਉਹਦੇ 'ਚ ਵੀ ਸਿੱਧੂ ਨੂੰ ਜਗ੍ਹਾ ਨਹੀਂ ਮਿਲਣੀ, ਤੇ ਜਿਹੜੀ ਕੈਬਨਿਟ ਦੀ ਰੱਦੋ ਬਦਲਿਆ ਕੈਬਨਿਟ ਦੇ ਵਿੱਚ ਫੇਰ ਬਦਲ ਹੋਣੇ ਆ ਉਹਦੇ ਵਿੱਚ ਵੀ ਨਹੀਂ ਹੋਣੀ। ਆਉਣ ਵਾਲੇ ਦਿਨਾਂ 'ਚ ਦੇਖੋ ਕੀ ਹੁੰਦਾ ਆ, ਪਰ ਇਹ ਕੰਮ ਦੋਨੋਂ ਹੋਣੇ ਨੇ ਪੰਜਾਬ 'ਚ। ਕੈਬਨਿਟ ਦੇ ਵਿੱਚ ਵੀ ਕੁਝ ਫੇਰ ਬਦਲ ਕੀਤੇ ਜਾਣਗੇ ਤੇ ਕੁਝ ਪਾਰਟੀ ਦਾ ਢਾਂਚਾ ਜਿਹੜਾ ਆ ਉਹ ਵੀ ਮੁੜੋ ਲਿਖਿਆ ਜਾਵੇਗਾ, ਤਾਂ ਜੋ ਪਿਛਲੇ 2-3 ਮਹੀਨਿਆਂ ਦਾ ਜਿਹੜਾ ਰੌਲਾ ਸੀ ਉਹਨੂੰ ਲਿਪਾ ਪੋਚੀ ਉਹਦੀ ਕਰਕੇ ਉਹਦੇ ਤੇ ਪੋਚਾ ਲਾ ਕੇ ਤੇ ਪਾਰਟੀ ਨੂੰ ਇਲੈਕਸ਼ਨ ਲਈ
ਤਿਆਰ ਕੀਤਾ ਜਾਵੇ। 2022 ਦੀਆਂ ਚੋਣਾਂ 'ਚ ਜੇਤੂ ਹਾਰ ਆਪਣੇ ਗਲਾਂ 'ਚ ਪਵਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਪੱਬਾਂ ਭਰ ਨੇ ਤੇ ਹੁਣ ਕੇਜਰੀਵਾਲ ਤੋਂ ਬਾਅਦ ਸੁਖਬੀਰ ਨੇ ਵੀ ਵੱਡਾ ਦਾਅ ਖੇਡਤਾ ਹੈ, ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ? ਦੇਖੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਰਾਜਨੀਤਿਕ ਪਾਰਟੀਆਂ ਲਈ ਜਿਹੜਾ ਚੋਣਾਂ ਨੇ ਉਹ ਸਭ ਤੋਂ ਵੱਡਾ ਤਿਉਹਾਰ ਆ ਜੀ ਤੇ ਉਹ ਉਹਦੇ ਲਈ ਤਿਆਰ ਨੇ, ਹਮੇਸ਼ਾ ਤਿਆਰ ਰਹਿੰਦੇ ਨੇ। ਕਿਸੇ ਵੀ ਲੀਡਰ ਨੂੰ ਪੁੱਛ ਲਓ ਕਿ ਜੇ ਤੁਹਾਡੀ ਚੋਣ ਹੋ ਜਾਓ, ਕਹਿੰਦੇ ਜੀ ਅਸੀਂ ਤਿਆਰ ਆ। ਪ੍ਰਸ਼ੰਸਕ ਵੀ ਤਿਆਰ ਨੇ, ਪ੍ਰਸ਼ਾਸਕ ਵੀ ਤਿਆਰ ਨੇ, ਜਿਹੜੇ ਉਹਨਾਂ ਦੇ ਵਰਕਰ ਨੇ, ਉਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਵੀ ਤਿਆਰ ਨੇ ਜੀ। ਤੇ ਸੁਖਬੀਰ ਸਿੰਘ ਬਾਦਲ ਨੇ ਹੁਣ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜਾ ਇੱਕ ਅੱਜ ਵੱਡਾ ਬਿਆਨ ਦਿੱਤਾ ਕਿ ਜਿੰਨੇ ਵੀ ਲੋਕ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਆ, ਜਿਨ੍ਹਾਂ ਦੀ ਉੱਥੇ ਮੌਤ ਹੋਈ ਆ, ਉਹਨਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਊਗੀ, ਉਹਨਾਂ ਦੇ ਬੱਚਿਆਂ ਦਾ ਤੇ ਉਹਨਾਂ ਦੀ ਅਗਲੀ ਪੀੜ੍ਹੀ ਦੇ ਬੱਚਿਆਂ ਦਾ, ਯਾਨੀ ਕਿ ਪੋਤਿਆਂ ਦੀ ਵੀ ਪੜ੍ਹਾਈ ਦਾ ਖਰਚਾ ਜਿਹੜਾ ਆ ਉਹ ਸਰਕਾਰ ਚੁੱਕੇਗੀ। ਤੇ ਇਹ ਜਿਹੜੀ ਗੱਲ ਆ ਫਿਰ ਉੱਥੇ ਚਲੀ ਗਈ ਜੀ, ਜਿੱਦਾਂ 2 MLAs ਦੇ ਪੋਤਿਆਂ ਨੂੰ ਨੌਕਰੀਆਂ ਦਿੱਤੀਆਂ ਸੀ ਪੰਜਾਬ ਸਰਕਾਰ ਨੇ। ਤੇ ਇਹਨਾਂ ਨੂੰ ਫਿਰ ਪੁੱਛਿਆ ਜਾਣਾ ਚਾਹੀਦਾ ਵੀ ਜੇ ਤੁਸੀਂ ਹੁਣ ਇਹਨਾਂ ਸ਼ਹੀਦਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰ ਰਹੇ, ਜਦੋਂ ਤੁਸੀਂ 10 ਸਾਲ ਸਰਕਾਰ 'ਚ ਸੀਗੇ ਤੇ ਉਦੋਂ ਤੁਸੀਂ ਉਹ ਇੰਨੇ ਲੋਕਾਂ ਨੂੰ ਨੌਕਰੀਆਂ ਜਿਹੜੀਆਂ ਕੱਚੀਆਂ ਦਿੱਤੀਆਂ ਸੀ ਉਹ ਪੱਕੀਆਂ ਨਹੀਂ ਕੀਤੀਆਂ। ਤੇ ਹੋਰ ਦੂਜੇ ਵੀ ਬਹੁਤ ਸਾਰੇ ਮਹਿਕਮੇ ਇਹੋ ਜਿਹੇ ਨੇ, ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਇਹਨਾਂ ਦੇ ਕੋਲ ਹਾਲੇ ਤੱਕ ਵੀ ਲਟਕ ਰਹੀਆਂ ਨੇ, ਮਸਲੇ ਕੋਈ ਹੱਲ ਨਹੀਂ ਕੀਤੇ। ਪਰ ਉਹ ਸਿਰਫ ਔਰ ਸਿਰਫ ਇੱਕ ਸਿਆਸੀ ਪੱਤਾ ਜ਼ਰੂਰ ਖੇਡਿਆ ਆ। ਚੰਗੀ ਗੱਲ ਆ ਜੇ ਇਦਾਂ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤੇ ਚੰਗੀ ਗੱਲ ਆ। ਜਿੱਦਾਂ ਅਸੀਂ ਪਿਛਲੀ ਕੈਬਨਿਟ ਦਾ ਜ਼ਿਕਰ ਕਰਦੇ ਸੀ ਕਿ ਸਰਕਾਰ ਹਰ ਇੱਕ ਚੀਜ਼ ਨੂੰ ਪ੍ਰਾਈਵੇਟਾਈਜ਼ ਕਰਨ ਤੇ ਤੁਲੀ ਹੋਈ ਹੈ। ਬਿਜਲੀ ਬੋਰਡ ਦੀ ਅਸੀਂ ਗੱਲ ਕਰਦੇ ਹਾਂ ਤੇ ਕਿ ਬਿਜਲੀ ਦਾ ਬੁਰਾ ਹਾਲ ਆ, ਤੇ ਜਦੋਂ ਬਿਜਲੀ ਬੋਰਡ ਦੇ ਕਿਸੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਉਹ ਦੱਸਦੇ ਆ ਕਿ 20-20 ਸਾਲ ਹੋ ਗਏ, ਨਵੀਂ ਭਰਤੀ ਕੋਈ ਨਹੀਂ ਹੋਈ। ਤਾਂ ਜੇ ਇਹ 500-600 ਬੰਦਿਆਂ ਨੂੰ ਨੌਕਰੀ ਦਿੰਦੇ ਆ ਤੇ ਚੰਗੀ ਗੱਲ ਆ। ਕੇਜਰੀਵਾਲ ਨੇ ਕਿਹਾ ਸੀ ਕਿ ਜਿਹੜੀ ਮੈਂ ਗੱਲ ਕਰ ਰਿਹਾ, ਜਿਹੜੇ 3 ਬਿਜਲੀ ਦੇ ਵਾਅਦੇ ਕੀਤੇ ਉਹ ਗਰੰਟੀ ਆ, ਕੈਪਟਨ ਵਰਗੇ ਵਾਅਦੇ ਨਹੀਂ। ਤੇ ਸੁਖਬੀਰ ਨੇ ਹੁਣ ਗਰੰਟੀ ਦਿੱਤੀ ਹੈ ਕਿ ਵਾਅਦੇ ਕੀਤੇ ਨੇ। ਦੇਖੋ ਇਹ ਫਿਰ ਜੇ ਇਹ ਗਰੰਟੀ ਲੈਣਗੇ ਤਾਂ ਫਿਰ ਤੁਸੀਂ ਕਹੋਗੇ ਕਿ ਇਹ ਉਹਨੂੰ ਕਾਪੀ ਕਰ ਰਹੇ ਨੇ। ਹਾਲੇ ਤਾਂ ਉਹਨਾਂ ਨੇ ਵਾਅਦਾ ਹੀ ਕੀਤਾ, ਪਰ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਜੇ 500-600 ਬੰਦੇ ਨੂੰ ਐਡਜਸਟ ਕਰਨਾ ਸਰਕਾਰ ਲਈ ਤੇ ਕੋਈ ਵੱਡੀ ਗੱਲ ਨਹੀਂ। ਬਹੁਤ ਸਾਰੇ ਮਹਿਕਮੇ ਖਾਲੀ ਨੇ, ਬਹੁਤ ਸਾਰੇ ਅਦਾਰੇ ਇਹੋ ਜਿਹੇ ਨੇ ਜਿੱਥੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਦੇ ਸਕਦੇ ਆ। ਪਰ ਇਹਨਾਂ ਦੇ ਜਿਹੜੇ ਕੀਤੇ ਹੋਏ ਵਾਅਦੇ ਆ ਉਹਨਾਂ ਦੀਆਂ ਚਿੱਠੀਆਂ ਲੈ ਕੇ ਕਈ ਲੋਕ ਤੁਰੇ ਫਿਰਦੇ ਆ। ਬਹੁਤ ਸਾਰੇ ਖਿਡਾਰੀ ਇਹੋ ਜਿਹੇ ਨੇ ਜਿਹੜੇ ਜਦੋਂ ਜਿੱਤਦੇ ਸੀ ਤੇ ਉਦੋਂ ਵਾਅਦਾ ਕਰ ਦਿੰਦੇ ਸੀ ਕਿ ਤੁਹਾਨੂੰ ਜੌਬ ਦੇਵਾਂਗੇ, ਤੇ ਬਾਅਦ ਵਿੱਚ ਉਹ ਹਾਲੇ ਤੱਕ ਵੀ ਖਬਰਾਂ ਆਉਂਦੀਆਂ ਵੀ ਕੋਈ ਖਿਡਾਰੀ ਕਿਤੇ ਝੋਨਾ ਲਾ ਰਿਹਾ ਤੇ ਕੋਈ ਖਿਡਾਰੀ ਕਿਤੇ ਰਸ ਵੇਚ ਰਿਹਾ ਤੇ ਕੋਈ ਖਿਡਾਰੀ ਕਿਤੇ ਤੁਰਿਆ ਫਿਰਦਾ। ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਇਹਨਾਂ ਦੇ ਵਾਅਦਿਆਂ ਦੇ ਪਿੱਛੇ ਲੱਗੇ ਨੇ ਤੇ ਹਾਲੇ ਤੱਕ ਉਹ ਵਾਅਦੇ ਜਿਹੜੇ ਆ ਵਫਾ ਨਹੀਂ ਹੁੰਦੇ। ਸ਼ਰਮਾ ਜੀ, ਪਿਛਲੇ ਹਫ਼ਤੇ ਬਿਜਲੀ ਦੇ ਸੰਕਟ ਤੇ ਸਾਰੀਆਂ ਪਾਰਟੀਆਂ ਨੇ ਸਿਆਸਤ ਕੀਤੀ, ਜਲ ਤੋਪਾਂ ਦੇ ਅੱਗੇ ਆ ਕੇ ਇਸ਼ਨਾਨ ਕੀਤੇ। ਕੀ ਇਹਨਾਂ ਦੇ ਰੌਲੇ ਪਾਉਣ ਨਾਲ ਬਿਜਲੀ ਦਾ ਸੰਕਟ ਦੂਰ ਹੋ ਗਿਆ? ਦੇਖੋ ਜੀ, ਜਿਹੜਾ ਪੰਜਾਬ ਦਾ ਮੌਜੂਦਾ ਬਿਜਲੀ ਸੰਕਟ ਹੈ ਨਾ ਸਵਲੀਨ ਜੀ, ਉਹ ਸਿਰਫ ਔਰ ਸਿਰਫ ਆਉਣ ਵਾਲੇ ਦਿਨਾਂ ਵਿੱਚ ਜੇ ਚੰਗਾ ਮੀਂਹ ਪੈ ਜਾਏ ਫਿਰ ਹੱਲ ਹੋਣਾ। ਸਰਕਾਰ ਇੰਨੀ ਛੇਤੀ ਨਾ ਤੇ ਬਹੁਤ ਮਾਤਰਾ 'ਚ ਬਿਜਲੀ ਖਰੀਦ ਸਕਦੀ ਹੈ ਤੇ ਨਾ ਹੀ ਜਿਹੜਾ ਪੰਜਾਬ ਦਾ ਖਸਤਾ ਹਾਲ ਹੋ ਚੁੱਕਾ ਬਿਜਲੀ ਬੋਰਡ ਦਾ ਸਿਸਟਮ ਆ ਉਹਨੂੰ ਕੁਝ ਦਿਨਾਂ 'ਚ ਚੁਟਕੀ ਮਾਰ ਕੇ ਠੀਕ ਕੀਤਾ ਜਾ ਸਕਦਾ। ਇਹ ਬਿਜਲੀ ਬੋਰਡ ਦਾ ਸੰਕਟ ਜਿਹੜਾ ਆ ਉਹ ਹਾਲੇ ਤੱਕ ਇਦਾਂ ਹੀ ਬਣਿਆ ਰਹੂਗਾ। ਅੱਜ ਚੰਗਾ ਮੀਂਹ ਪੈ ਜਾਏ, ਝੋਨੇ ਲਈ ਜਿਹੜਾ ਪਾਣੀ ਆ ਉਹ ਪ੍ਰਿਆਪਤ ਮਾਤਰਾ 'ਚ, ਬਹੁਤੀ ਮਾਤਰਾ 'ਚ ਆ ਜਾਏ, ਬਹੁਤ ਸਾਰੀਆਂ ਮੋਟਰਾਂ ਜਿਹੜੀਆਂ ਖੜ ਜਾਣ ਤੇ ਜਿਹੜੇ ਸਾਡੇ ਦਫ਼ਤਰਾਂ 'ਚ ਜਾਂ ਵੱਡੀਆਂ AC ਜਿਹੜੇ ਲੱਗੇ ਹੋਏ ਨੇ ਉਹ ਮੌਸਮ ਦੀ ਮਾਰ ਤੋਂ ਥੋੜ੍ਹੇ ਜਿਹੇ ਬਚ ਜਾਣ ਤੇ ਬਿਜਲੀ ਸੰਕਟ ਹੱਲ ਹੋ ਜਾਏਗਾ। ਨਹੀਂ ਤੇ ਇਦਾਂ ਹੀ ਚੱਲੇਗਾ ਜਦ ਤੱਕ ਜਿੱਦਾਂ ਪੰਜਾਬ 'ਚ ਦੁਆਬੇ 'ਚ ਅਸੀਂ ਕਹਿੰਦੇ ਹਾਂ ਜਿੰਨੀ ਦੇਰ ਖਾਡਰਾ ਤਪੂਗਾ ਉਨੀ ਦੇਰ ਤਾਂ ਇਹ ਸੰਕਟ ਜਿਹੜਾ ਰਹੂਗਾ ਜੀ। ਇੱਕ ਖਬਰ ਪੜ੍ਹੀ ਮੈਂ ਅੱਜ ਅਖਬਾਰ 'ਚੋਂ ਕਿ ਟਿਊਬਵੈਲ 'ਚੋਂ ਲਾਲ ਰੰਗ ਦਾ ਪਾਣੀ ਆ ਰਿਹਾ ਸੀ। ਦੇਖੋ ਇਹ ਉਹ ਗੱਲਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਧਿਆਨ ਮੰਗਦੀਆਂ ਨੇ, ਭਾਵੇਂ ਉਹ ਇੱਕ ਟਿਊਬਵੈਲ ਦੀ ਗੱਲ ਹੋਵੇ ਤੇ ਭਾਵੇਂ ਉਹ ਬਹੁਤੇ ਟਿਊਬਵੈਲਾਂ ਦੀ ਗੱਲ ਹੋਵੇ। ਇਹ ਜਿਹੜੀ ਅਸੀਂ ਗੱਲ ਕਰਦੇ ਸੀ ਨਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ, ਇਹ ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਭੁੱਲ ਗਏ, ਜਿਹੜੀਆਂ ਅਸੀਂ ਵਿਸਾਰ ਦਿੱਤੀਆਂ ਤੇ ਜਿਨ੍ਹਾਂ ਦਾ ਨੁਕਸਾਨ ਸਾਨੂੰ ਭੁਗਤਣਾ ਪਏਗਾ। ਅਸੀਂ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਗੱਲ ਕਰਦੇ ਸੀ ਕਿ ਉੱਥੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ 2 ਬੰਬ ਡਿੱਗੇ ਸੀ ਤੇ ਹਾਲੇ ਵੀ ਉੱਥੇ ਜਿਹੜੀ ਆ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ ਉਹ ਉੱਥੇ ਸਾਬਤੀਆਂ ਨਹੀਂ ਹੈਗੀਆਂ। ਚੰਗੇ ਬੱਚੇ, ਚੰਗੇ ਮਨੁੱਖ ਉੱਥੇ ਨਹੀਂ ਹੋ ਰਹੇ, ਹਾਲੇ ਤੱਕ ਵੀ ਉਹਨਾਂ ਤੇ ਰੇਡੀਏਸ਼ਨ ਦਾ ਜਿਹੜਾ ਅਸਰ ਆ। ਨਾਭੇ ਦੇ ਪਿੰਡ ਆਲੋ ਖਾਰੇ ਦੀ ਖਬਰ ਆ ਕਿ ਉੱਥੇ ਕੋਈ 20 ਸਾਲ ਪਹਿਲਾਂ ਇੱਕ ਕੈਮੀਕਲ ਫੈਕਟਰੀ ਸੀ। ਉਹ ਕੈਮੀਕਲ ਕੋਈ ਬਣਾਉਂਦੇ ਸੀ ਤੇ ਉਹਨਾਂ ਨੇ 300-300 ਫੁੱਟ ਡੂੰਘੇ ਬੋਰ ਕਰਕੇ ਤੇ ਜੋ ਕੈਮੀਕਲ ਵੇਸਟ ਸੀ ਉਹ ਧਰਤੀ 'ਚ ਸੁੱਟੀ ਗਏ। 2006 'ਚ ਉਹ ਇੱਥੋਂ ਆਪਣਾ ਵੇਚ ਵੱਟ ਕੇ ਤੇ ਚਲੇ ਗਏ। ਹੁਣ ਵੀ ਜਿਹੜਾ ਉੱਥੇ ਪਾਣੀ ਜਿਹੜੇ ਉੱਥੇ ਬੋਰ ਹੋਏ ਨੇ ਉਸ ਕੈਮੀਕਲ ਫੈਕਟਰੀ ਦੇ ਆਲੇ ਦੁਆਲੇ, ਉੱਥੋਂ ਉਹ ਪਾਣੀ ਲਈ ਬੋਰ ਤਾਂ ਕੀਤੇ ਗਏ ਨੇ ਪਰ ਨਿਕਲਦਾ ਉੱਥੋਂ ਉਹੀ ਰੰਗ ਵਾਲਾ ਪਾਣੀ ਹੈ, ਉਹ ਕੈਮੀਕਲ ਵਾਲਾ ਪਾਣੀ ਹੈ। ਇਹ ਕੱਲ ਇੱਕ ਖਬਰ ਨਹੀਂ ਹੈਗੀ, ਤੁਸੀਂ ਬਹੁਤ ਸਾਰੀਆਂ ਇੰਡਸਟਰੀਜ਼ ਇਹੋ ਜਿਹੀਆਂ ਨੇ। ਇੱਥੇ ਹਮੀਰੇ ਸ਼ਰਾਬ ਫੈਕਟਰੀ ਦੇ ਆਲੇ ਦੁਆਲੇ ਦੇ ਪਿੰਡ ਵਿਚਾਰੇ ਰੌਲਾ ਪਾ ਪਾ ਕੇ ਥੱਕ ਗਏ। ਤੇ ਇੱਕ ਚੰਡੀਗੜ੍ਹ ਤੋਂ ਦੂਜੇ ਪਾਸੇ ਜਦੋਂ ਅਸੀਂ ਅੰਬਾਲੇ ਵੱਲ ਨੂੰ ਜਾਂਦੇ ਹਾਂ, ਉੱਥੇ ਇੱਕ ਸੀਗਾ ਸਲਾਤਰਖਾਨਾ, ਇੱਕ ਸਲਾਟਰ ਹਾਊਸ ਸੀਗਾ। ਉੱਥੋਂ ਬਹੁਤ ਸਾਰੇ ਲੋਕਾਂ ਦਾ ਇਹ ਸਮੱਸਿਆ ਸੀ ਕਿ ਉੱਥੇ ਜਿਹੜਾ ਉਹ ਖੂਨ ਆ ਜਿਹੜਾ ਉਹ ਜਾਨਵਰ ਵੱਢਦੇ ਆ ਤੇ ਉਹਦਾ ਆ
ਜਿੱਥੇ ਵੀ ਕਿਤੇ ਇੰਡਸਟਰੀ ਆ ਉੱਥੇ ਇੰਡਸਟਰੀ ਦੇ ਵਿੱਚ ਜਿਹੜਾ ਵੇਸਟ ਮੈਨੇਜਮੈਂਟ ਆ ਉਹਦੇ ਲਈ ਕੋਈ ਚੰਗੇ ਪਲਾਨਸ ਨਹੀਂ ਹੈਗੇ ਜੀ। ਤੁਸੀਂ ਖੋਰੀ ਪਿੰਡ ਦੀ ਬੀਤੇ ਦਿਨੀ ਗੱਲ ਕੀਤੀ ਸੀ ਕਿ ਜੰਗਲਾਂ ਵਾਲੀ ਜ਼ਮੀਨ ਹੀ ਵੇਚ ਦਿੱਤੀ। ਬਿਲਕੁਲ। ਸਰਕਾਰਾਂ ਸਿਰਫ ਇਸ ਕੰਮ 'ਚ ਮਸ਼ਰੂਫ ਨੇ ਕਿ ਵੋਟਾਂ ਕਿੱਦਾਂ ਬਚਦੀਆਂ ਨੇ, ਤੇ ਜਿਹੜੇ ਸਾਰੇ ਨਹੀਂ ਮੈਂ ਕਹਿੰਦਾ ਪਰ ਬਹੁਤੇ ਤੌਰ ਤੇ ਜਿਹੜੇ ਕਮਰਸ਼ੀਅਲ ਅਦਾਰੇ ਆ ਉਹ ਸਿਰਫ ਔਰ ਸਿਰਫ ਖਾਨਾ ਪੂਰਤੀ ਕਰਦੇ ਨੇ। ਨਹੀਂ ਤਾਂ ਜੇ ਵਾਟਰ ਟਰੀਟਮੈਂਟ ਪਲਾਂਟ ਉਸ ਕੰਪਨੀ ਨੇ ਲਾਇਆ ਹੁੰਦਾ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਉੱਥੇ ਪ੍ਰੋਪਰ ਉਹਦੀ ਚੈਕਿੰਗ ਕਰਦੇ। 2006 ਕੋਈ 18ਵੀਂ ਸਦੀ ਤੇ ਗੱਲ ਤਾਂ ਹੈ ਨਹੀਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਨਾਂ ਦੀ ਕੋਈ ਸੰਸਥਾ ਹੀ ਨਹੀਂ ਸੀ, ਔਰ ਉਹ ਹੁਣ ਇੰਸਪੈਕਟਰ ਜੇ ਉੱਥੇ ਚੈਕਿੰਗ ਕਰਨ ਜਾਣ ਦੀ ਬਜਾਏ ਉੱਥੋਂ ਪੈਸੇ ਲੈ ਕੇ ਵਾਪਸ ਆ ਜਾਂਦੇ ਨੇ ਤਾਂ ਫਿਰ ਇਦਾਂ ਹੀ ਕੰਮ ਹੋਣਾ। ਪਰ ਇਹ ਗੱਲਾਂ ਉਹ ਨੇ ਜਿਹੜੀਆਂ ਸਾਨੂੰ ਬਹੁਤ ਲੰਬੇ ਸਮੇਂ ਤੱਕ ਸਵਲੀਨ ਜੀ ਨੁਕਸਾਨ ਦੇਣਗੀਆਂ। ਬਹੁਤ ਸਾਰੀਆਂ ਬਿਮਾਰੀਆਂ ਦੀ ਵਜ੍ਹਾ ਬਣੇਗੀ ਇਹ ਗੱਲਾਂ, ਤੇ ਹੋਰ ਵੀ ਬਹੁਤ ਸਾਰੇ ਨੁਕਸਾਨ ਜਿਹੜੇ ਨੇ ਉਹ ਹੋਣਗੇ। ਇਹਨਾਂ ਤੋਂ ਬਚਣਾ ਚਾਹੀਦਾ ਆ। ਕਾਨੂੰਨਾਂ ਨੂੰ ਬਣਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ, ਕਾਨੂੰਨਾਂ ਨੂੰ ਲਾਗੂ ਕਰਨ ਦੀ ਜਿਹੜੀ ਪ੍ਰਵਿਰਤੀ ਆ ਉਹਨੂੰ ਅਡਾਪਟ ਕਰਨਾ ਪਵੇ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਸ਼ਰਮਾ ਜੀ, ਤੁਸੀਂ ਪ੍ਰੋਗਰਾਮ 'ਚ ਸਾਡੇ ਨਾਲ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।